जाएंगे भगवंत। फरीदा हों बलिहारी तिन पंखियाँ, जंगल जिना वास। ककर चुगन थल वसन, रब न छोड़न पास। तू बेअंत को विरला जाने, गुर प्रसाद को शब्द वखाने। दर्शन मांगो दे प्यारे, तुम्हारी सेवा कौन कौन ना तारे। सुकाओ होटल गुर सेविया, ऐन सहज सुभाए। दर्शन परसे गुरु का, जन्म मरण दुख जाय। होवै सिफतक संबंधी, नूर अरसों कुरसों चटिया। तुद डिठे सच्चे पातशाह, मल जन्म जन्म दी कटिया। तुद डिठे सच्चे पातशाह, मल जन्म जन्म दी कटिया। सतनाम श्री वाहिगुरु साहिब जीओ। सोरठ महला पंजवा, विच करता पुरख खलोआ। वाल ना विंगा होआ, मजन गुरियांदा रासे। जप हर हर किल विख नासे। विच करता पुरख खलोआ, वाल ना विंगा हुआ। वाहिगुरु जी का खालसा, वाहिगुरु जी की फतेह। साहिब सतगुरु श्री गुरु ग्रंथ साहिब जियां दी पवित्र पावन हजूरी विच अमृत वेले तो सज रहे सुंदर दीवाना दे विच आप संगत ने गुरबाणी दे कीर्तन, गुरबाणी दे नितनेम सरवण करके मिलिया होया है मनुखा जन्म दा समा। आप संगतां ने गुरु कृपा नाल, गुरु रहमत नाल सफला बनाया। इस वेले आपां सतगुरां दी अमृत बाणी उपदेश दे रूप दे विच सतगुरां दी बख्शिश कीती शब्ददार शब्द कथा सरवण करदे हां। अज दा जो शब्द आपां नूं प्राप्त हो रहा है 623 अंग दे उपर महाराज जियां ने ये शब्द जो है आपां नूं बख्शिश कीता। आओ अपने मन के ध्यान नूं टकाइए, भावना नाल शरदा नाल सतगुरां दे अगमी वचन सरवण करिए। मिल के आखिए सतनाम श्री वाहिगुरु साहिब जी। सतनाम श्री वाहिगुरु साहिब जीओ। सोरठ महला पंजवा। पंचम पातशाह शहीदां दे सरताज बानी नूं रचनहार महाराज साहब जी साहिब गुरु अर्जन देव जियां दा पवित्र शब्द आपां सरवण कर रहे हाँ। जिस वेले गुरु पातशाह गुरु अर्जन देव जियां ने श्री अमृतसर साहिब जियां दा सरोवर संपूर्ण किया, गुरु रामदास महाराज जियां दे वल्लों दो वड्डियां ड्यूटियां जड़ियां सन, दो वड्डे काम जड़े सन वो गुरु अर्जन देव महाराज जियां नूं सौंपे गए। एक वड्डा कारज यह है कि गुरु ग्रंथ साहिब जियां दा स्वरूप तैयार करना गुरबाणी नूं लिख के। दूजा कारज यह सी, दूजा काम यह है कि हरमंदर साहब नूं तैयार करना, अमृत सरोवर की सेवा करनी है। ये दो काम तुसीं अपनी जिंदगी विच जरूर करना है।
ਆਪਣੇ ਪਿਤਾ ਸਤਿਗੁਰਾਂ ਦਾ ਹੁਕਮ ਮੰਨਦਿਆਂ ਹੋਇਆਂ ਸਤਿਗੁਰਾਂ ਨੇ ਦੋਨੇ ਕਾਰਜ ਬੜੀ ਬਾਖੂਬੀ ਗੁਰੂ ਕਿਰਪਾ ਨਾਲ ਸਤਿਗੁਰੂ ਰਾਮਦਾਸ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਦੇ ਨਾਲ ਸੰਪੂਰਨ ਕੀਤੇ। ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਸਰੂਪ ਸੰਪੂਰਨ ਕੀਤਾ ਤੇ ਬਚਨ ਕੀਤਾ, ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀ ਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਤਾਨ ਮਾਨ ਥੀਵੈ ਹਰਿਆ। ਇਹ ਬਚਨ ਲਿਖ ਕੇ ਗੁਰਬਾਣੀ ਦਾ ਸ਼ਬਦ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਜਿਸ ਵੇਲੇ ਮਹਾਰਾਜ ਜੀਆਂ ਨੇ ਸਰੋਵਰ ਮੁਕੰਮਲ ਕੀਤਾ, ਸਰੋਵਰ ਦੀ ਸੇਵਾ ਸੰਪੂਰਨ ਹੋਈ, ਤੇ ਉਸ ਵੇਲੇ ਮਹਾਰਾਜ ਜੀਆਂ ਨੇ ਇਹ ਜੋ ਸ਼ਬਦ ਹੈ ਨਾ ਆਪਾਂ ਸਰਵਨ ਕਰਨ ਜਾ ਰਹੇ, ਇਹ ਸ਼ਬਦ ਫਿਰ ਉਸ ਵੇਲੇ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਮਹਾਰਾਜ ਫਰਮਾਉਂਦੇ ਹਨ, ਵਿੱਚ ਕਰਤਾ ਪੁਰਖ ਖਲੋਆ। ਇਹ ਕਰਤਾ ਪੁਰਖ ਜਿਹੜਾ ਅਕਾਲ ਪੁਰਖ ਹੈ ਨਾ, ਸਾਡੇ ਇਸ ਕਾਰਜ ਦੇ ਵਿੱਚ ਜਿਹੜਾ ਕਾਰਜ ਅਸੀਂ ਕਰਦੇ ਪਏ ਸੀ ਨਾ, ਵੀ ਇਹ ਸਰੋਵਰ ਨੂੰ ਪੱਕਿਆਂ ਕਰਨਾ, ਹਰਿਮੰਦਰ ਸਾਹਿਬ ਦੀ ਸੇਵਾ ਕਰਨੀ ਹੈ, ਭਾਵੇਂ ਵੀ ਇਹਦੇ ਵਿੱਚ ਕਈ ਲੋਕਾਂ ਨੇ ਵਿਘਨ ਪਾਉਣ ਦਾ ਯਤਨ ਕੀਤਾ। ਮਹਾਰਾਜ ਸਾਹਿਬ ਜੀਆਂ ਦੇ ਵੱਡੇ ਭਰਾ ਪ੍ਰਿਥੀ ਚੰਦ ਹੀ ਨਹੀਂ ਸਨ ਚਾਹੁੰਦੇ ਵੀ ਇਹ ਕਾਰਜ ਪੂਰਾ ਹੋ ਜਾਵੇ। ਬਹੁਤਿਆਂ ਲੋਕਾਂ ਨੇ ਯਤਨ ਕੀਤਾ ਇਸ ਕਾਰਜ ਵਿੱਚ ਵਿਘਨ ਪਾਉਣ ਵਾਸਤੇ, ਪਰ ਕਹਿਣ ਲੱਗੇ ਅੰਮ੍ਰਿਤ ਸਰੋਵਰ ਦਾ ਕੰਮ ਮੁਕੰਮਲ ਹੋ ਗਿਆ। ਕਿਉਂ? ਕਿਉਂਕਿ ਇਹਦੇ ਵਿੱਚ ਕਰਤਾ ਅਕਾਲ ਪੁਰਖ ਆਪ ਖਲੋਤਾ ਆ ਕੇ, ਆਪ ਸਹਾਈ ਹੋਇਆ ਆ ਕੇ, ਉਹਨਾਂ ਦੀ ਬਖਸ਼ਿਸ਼ ਦੇ ਨਾਲ ਇਹ ਸਾਰਾ ਕਾਰਜ ਹੋਇਆ ਹੈ। ਵਾਲ ਨਾ ਵਿੰਗਾ ਹੋਆ। ਵਾਲ ਸਾਡਾ ਕੋਈ ਵਾਲ ਨਹੀਂ ਵਿੰਗਾ ਕਰ ਸਕਿਆ। ਵਾਲ ਵਿੰਗਾ ਤੋਂ ਭਾਵ ਹੈ ਵੀ ਜਿਹੜਾ ਅਸੀਂ ਕੰਮ ਕਰਦੇ ਪਏ ਸੀ ਇਹਦੇ ਵਿੱਚ ਰੁਕਾਵਟ ਨਹੀਂ ਕੋਈ ਪਾ ਸਕਿਆ। ਭਾਵੇਂ ਚਾਹਿਆ ਤੇ ਬੜਿਆਂ ਨੇ, ਇੱਛਾ ਤੇ ਬੜਿਆਂ ਨੇ ਰੱਖੀ ਹੈ ਵੀ ਅਸੀਂ ਇਸ ਕੰਮ ਵਿੱਚ ਰੁਕਾਵਟ ਪਾ ਦਈਏ, ਕਾਰਜ ਪੂਰਾ ਨਾ ਹੋਵੇ, ਪਰ ਮਹਾਰਾਜ ਕਹਿਣ ਲੱਗੇ, ਗੁਰੂ ਰਾਮਦਾਸ ਪਾਤਸ਼ਾਹ ਦੀ ਐਸੀ ਕਿਰਪਾ ਹੋਈ ਕਿ ਸਾਡਾ ਕੋਈ ਵਾਲ ਨਹੀਂ ਵਿੰਗਾ ਕਰ ਸਕਿਆ, ਸਾਡੇ ਇਸ ਕਾਰਜ ਵਿੱਚ ਕੋਈ ਰੁਕਾਵਟ ਨਹੀਂ ਪਾ ਸਕਿਆ। ਅਸੀਂ ਬਾਖੂਬੀ ਬੜੇ ਚੰਗੇ ਤਰੀਕੇ ਦੇ ਨਾਲ ਇਹ ਕਾਰਜ ਸੰਪੂਰਨ ਕੀਤਾ ਹੈ। ਮਜਨ ਗੁਰਿਆਂ ਦਾ ਰਾਸੇ। ਇਹ ਗੁਰੂ ਰਾਮਦਾਸ ਪਾਤਸ਼ਾਹ ਦੇ ਸਰੋਵਰ ਵਿੱਚ ਜਿਹੜਾ ਵੀ ਇਸ਼ਨਾਨ ਕਰੇਗਾ ਉਹਦਾ ਕੀਤਾ ਹੋਇਆ ਇਸ਼ਨਾਨ ਰਾਸ ਆ ਜਾਣਾ, ਬਖਸ਼ਿਸ਼ਾਂ ਹੋ ਜਾਂਦੀਆਂ ਹਨ। ਜਪ ਹਰ ਹਰ ਕਿਲ ਵਿਖ ਨਾਸੇ। ਇਸ਼ਨਾਨ ਕਰੇਗਾ ਨਾ ਗੁਰੂ ਰਾਮਦਾਸ ਪਾਤਸ਼ਾਹ ਦੇ ਸਰੋਵਰ ਦੇ ਵਿੱਚ ਅਤੇ ਫਿਰ ਪਰਮਾਤਮਾ ਦੇ ਨਾਮ ਨੂੰ ਜਪੇਗਾ, ਉਹਦੇ ਕਿਲ ਵਿਖ ਪਾਪ ਨਾਸ ਹੋ ਜਾਣਗੇ। ਕਿਉਂਕਿ ਅੰਮ੍ਰਿਤ ਸਰੋਵਰ ਦਾ ਟੱਕ ਜਿਹੜਾ ਨਾ ਗੁਰੂ ਰਾਮਦਾਸ ਪਾਤਸ਼ਾਹ ਨੇ ਆਪ ਲਾਇਆ ਹੈ। ਗੁਰੂ ਅਮਰਦਾਸ ਪਾਤਸ਼ਾਹ ਨੇ ਡਿਊਟੀ ਲਾਈ ਉਹਨਾਂ ਦੀ, ਕਹਿਣ ਲੱਗੇ ਜਾਓ ਜਾ ਕੇ ਇਸ ਕਾਰਜ ਨੂੰ ਆਪ ਜੀ ਸ਼ੁਰੂ ਕਰਨਾ ਕਰੋ। ਗੁਰੂ ਰਾਮਦਾਸ ਪਾਤਸ਼ਾਹ ਨੇ ਜਦੋਂ ਕਾਰਜ ਸ਼ੁਰੂ ਕਰਵਾਇਆ, ਅਜੇ ਕੁਝ ਸਮਾਂ ਹੀ ਹੋਇਆ ਸੀ ਸਰੋਵਰ ਦੀ ਸੇਵਾ ਕਰਦਿਆਂ, ਇੰਨੇ ਚਿਰ ਨੂੰ ਗੁਰੂ ਅਮਰਦਾਸ ਪਾਤਸ਼ਾਹ ਨੇ ਗੋਇੰਦਵਾਲ ਦੀ ਧਰਤੀ ਤੇ ਸਤਿਗੁਰਾਂ ਨੂੰ ਬੁਲਾ ਲਿਆ, ਬੁਲਾ ਕੇ ਗੁਰਤਾ ਗੱਦੀ ਤੇ ਬਿਠਾ ਦਿੱਤਾ। ਸੋ ਉਹ ਕਾਰਜ ਸ਼ੁਰੂ ਤੇ ਗੁਰੂ ਰਾਮਦਾਸ ਪਾਤਸ਼ਾਹ ਨੇ ਕੀਤਾ ਹੈ, ਪਰ ਮੁਕੰਮਲ ਉਸ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਕੀਤਾ। ਮਹਾਰਾਜ ਕਹਿਣ ਲੱਗੇ ਕਿ ਭਾਈ ਬਚਨ ਇਹ ਹੈ ਕਿ ਜਿਹੜਾ ਵੀ ਗੁਰਮੁਖ ਇੱਥੇ ਇਸ਼ਨਾਨ ਕਰੇਗਾ ਨਾ ਗੁਰੂ ਰਾਮਦਾਸ ਪਾਤਸ਼ਾਹ ਦੇ ਸਰੋਵਰ ਵਿੱਚ ਆ ਕੇ, ਉਹਦੇ ਸਾਰੇ ਬੱਜਰ ਪਾਪ, ਕਿਲਬਿਖ ਪਾਪ ਜਿਹੜੇ ਨੇ ਉਹ ਨਾਸ ਹੋ ਜਾਂਦੇ ਹਨ। ਸੰਤੋ ਰਾਮਦਾਸ ਸਰੋਵਰ ਨੀਕਾ। ਸੰਤੋ ਐ ਗੁਰਮੁਖੋ, ਐ ਮਹਾਂਪੁਰਖੋ, ਇਹ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦਾ ਸਰੋਵਰ ਨੀਕਾ ਕਹੀਏ ਬੜਾ ਚੰਗਾ ਹੈ, ਜਿੱਥੇ ਇਸ਼ਨਾਨ ਕੀਤਿਆਂ 68 ਤੀਰਥਾਂ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਜੋ ਨਾਵੈ ਸੋ ਕੁਲ ਤਰਾਵੈ, ਉਦਾਰ ਹੋਆ ਹੈ ਜੀ ਕਾ। ਇੱਥੇ ਇਸ਼ਨਾਨ ਕਰੇਗਾ ਉਹਦੀਆਂ ਕੁੱਲਾਂ ਤਰ ਜਾਣਗੀਆਂ। ਅੱਜ ਕੁਝ ਲੋਕ ਸ਼ੰਕਾ ਕਰਦੇ ਇਸ ਬਾਰੇ ਵੀ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਤੇ ਡੱਡੂ ਇਸ਼ਨਾਨ ਹੈ, ਮੱਛੀ ਇਸ਼ਨਾਨ ਹੈ। ਕੁਝ ਲੋਕ ਇਹੋ ਜਿਹੀਆਂ ਵਿਚਾਰਾਂ ਦਲੀਲਾਂ ਦਿੰਦੇ। ਗੁਰੂ ਰਾਮਦਾਸ ਪਾਤਸ਼ਾਹ ਕਹਿਣ ਲੱਗੇ, ਭਾਈ ਇਹ ਗੁਰੂ ਰਾਮਦਾਸ ਪਾਤਸ਼ਾਹ ਦਾ ਸਰੋਵਰ ਇਹੋ ਜਿਹਾ ਜਿਹੜਾ ਆਪ ਇਸ਼ਨਾਨ ਕਰੇਗਾ ਉਹਦਾ ਵੀ ਭਲਾ ਹੋ ਜਾਏਗਾ, ਆਪ ਦਾ ਹੀ ਭਲਾ ਨਹੀਂ ਉਹਦੀਆਂ ਕੁੱਲਾਂ ਦਾ, ਪੀੜ੍ਹੀਆਂ ਦਾ ਭਲਾ ਹੋ ਜਾਏਗਾ। ਉਧਾਰ ਹੁਆ ਹੈ ਜੀ ਕਾ। ਸੋ ਕਹਿਣ ਲੱਗੇ, ਜੋ ਨਹਾਵੇ ਸੋ ਕੁੱਲ ਤਰਾਵੇ। ਜਿਹੜਾ ਇੱਥੇ ਇਸ਼ਨਾਨ ਕਰੇਗਾ ਉਹਦੀਆਂ ਕੁੱਲਾਂ ਤਰ ਜਾਣਗੀਆਂ ਅਤੇ ਜੀਵ ਦਾ ਆਪਣਾ ਵੀ ਭਲਾ ਹੋ ਜਾਂਦਾ ਹੈ। ਰਹਾਉ ਜੈ ਜੈਕਾਰ ਜਗ ਗਾਵੇ। ਭਾਈ ਜਿਹੜਾ ਇੱਥੇ ਇਸ਼ਨਾਨ ਕਰਕੇ ਨਾਮ ਜਪੇਗਾ,
ਜਾਂ ਗੁਰੂ ਰਾਮਦਾਸ ਪਾਤਸ਼ਾਹ ਦੇ ਸਰੋਵਰ ਦੀ ਜੈ ਜੈਕਾਰ ਕਰੇਗਾ, ਗੁਰੂ ਰਾਮਦਾਸ ਪਾਤਸ਼ਾਹ ਦੇ ਸਰੋਵਰ ਦੀ ਸਿਫਤ ਕਰੇਗਾ, ਜਿਹੜਾ ਗੁਰੂ ਰਾਮਦਾਸ ਦੇ ਘਰ ਦੀ ਜੈ ਜੈਕਾਰ ਕਰਦਾ ਹੈ, ਮਨ ਚਿੰਦੜੇ ਫਲ ਪਾਵੈ, ਮਨ ਇੱਛਤ ਫਲ ਪ੍ਰਾਪਤ ਹੋਣਗੇ। ਗੁਰੂ ਰਾਮਦਾਸ ਪਾਤਸ਼ਾਹ ਦੇ ਸਰੋਵਰ ਦੀ ਮਹਿਮਾ ਹੀ ਗੁਰਮੁਖੋ ਇੰਨੀ ਹੈ, ਜਿਹੜਾ ਸਰੋਵਰ ਦੀ ਮਹਿਮਾ ਕਰੇਗਾ ਨਾ, ਹਰਿਮੰਦਰ ਸਾਹਿਬ ਦੀ ਮਹਿਮਾ ਕਰੇਗਾ, ਪਾਤਸ਼ਾਹ ਕਹਿਣ ਲਗੇ ਉਹ ਮਨ ਇੱਛਤ ਫਲ ਪ੍ਰਾਪਤ ਕਰ ਲਵੇਗਾ। ਐਸੀ ਵੱਡੀ ਬਖਸ਼ਿਸ਼ ਇਸ ਜਗ੍ਹਾ ਤੋਂ ਉਸ ਨੂੰ ਪ੍ਰਾਪਤ ਹੁੰਦੀ ਹੈ। ਸਹੀ ਸਲਾਮਤ ਨਾਏ ਆਏ, ਸਤਿਗੁਰੂ ਬਖਸ਼ਿਸ਼ ਕਰਦੇ ਸਹੀ ਸਲਾਮਤ ਸੁਖ ਆਨੰਦ ਦੇ ਸਮੇਤ ਨਹਾਏ ਆਏ। ਇਸ਼ਨਾਨ ਕਰਕੇ ਅਸੀਂ ਆਪਣੇ ਗ੍ਰਹਿ ਵਿਖੇ ਆਏ। ਜਿਹੜੇ ਗੁਰਮੁਖ ਇੱਥੇ ਇਸ਼ਨਾਨ ਕਰਨਗੇ ਉਹ ਵੀ ਸੁਖ ਆਨੰਦ ਦੇ ਸਮੇਤ ਹੋ ਜਾਣਗੇ। ਜਿਹੜੇ ਇੱਥੇ ਆ ਕੇ ਇਸ਼ਨਾਨ ਕਰਨਗੇ ਉਹਨਾਂ ਕੋੜੀਆਂ ਦੇ ਕੋੜ ਦੂਰ ਹੋ ਜਾਂਦੇ, ਰੋਗੀਆਂ ਦੇ ਰੋਗ ਦੂਰ ਹੋ ਜਾਂਦੇ। ਐਸੀਆਂ ਬਖਸ਼ਿਸ਼ਾਂ ਕਹਿੰਦੇ ਸਮਰਥ ਸਰੋਵਰ ਵਿੱਚੋਂ ਗੁਰਸਿੱਖਾਂ ਨੂੰ, ਪਿਆਰਿਆਂ ਨੂੰ, ਭਾਵਨਾ ਵਾਲਿਆਂ ਨੂੰ ਪ੍ਰਾਪਤ ਹੋਣਗੀਆਂ। ਜਿਹੜਾ ਇੱਥੇ ਆ ਕੇ ਇਸ਼ਨਾਨ ਕਰੇਗਾ, ਨਹਾਏ ਆਏ, ਆ ਕੇ ਨਹਾਏਗਾ ਨਾ, ਪਾਤਸ਼ਾਹ ਕਹਿੰਦੇ ਸਹੀ ਸਲਾਮਤ ਉਹ ਸੁਖ ਆਨੰਦ ਦੇ ਸਮੇਤ ਹੋ ਜਾਏਗਾ। ਜੇ ਕੋਈ ਬਿਪਤਾ ਪਈ ਹੈ, ਕੋਈ ਬਿਮਾਰੀ ਲੱਗੀ ਹੈ, ਜਿਹਦਾ ਇਲਾਜ ਨਹੀਂ ਹੁੰਦਾ ਪਿਆ, ਜਿਹੜਾ ਉਹ ਵੀ ਇਸ਼ਨਾਨ ਕਰੇਗਾ ਸਹੀ ਸਲਾਮਤ ਹੋ ਜਾਏਗਾ। ਉਹਦੀ ਬਿਮਾਰੀ, ਉਹਦਾ ਦੁੱਖ ਕੱਟਿਆ ਜਾਏਗਾ। ਐਸਾ ਇਹ ਗੁਰੂ ਕਾ ਸਰੋਵਰ ਹੈ। ਵਾਸੂ ਭਾਰਦਵਾਜ ਨਾਮ ਦਾ ਇੱਕ ਵਿਅਕਤੀ ਹੋਇਆ ਹਿੰਦੂ ਸਮਾਜ ਵਿੱਚੋਂ, ਹਿੰਦੂ ਧਰਮ ਦੇ ਵਿੱਚੋਂ, ਤੇ ਕਹਿਣ ਲੱਗੇ ਇਹਦੇ ਸਰੀਰ ਨੂੰ ਕੈਂਸਰ ਦਾ ਰੋਗ ਹੋ ਗਿਆ। ਬੜਾ ਬੜਾ ਇਲਾਜ ਇੱਥੇ ਵੀ ਕਰਾਇਆ, ਵਿਦੇਸ਼ ਵਿੱਚ ਜਾ ਕੇ ਬੜੇ ਬੜੇ ਡਾਕਟਰਾਂ ਦੇ ਕੋਲੋਂ ਇਲਾਜ ਕਰਵਾਇਆ, ਪਰ ਕਹਿਣ ਲੱਗੇ ਕੈਂਸਰ ਦਾ ਰੋਗ ਇੰਨਾ ਵੱਧ ਗਿਆ ਕਿ ਡਾਕਟਰਾਂ ਨੇ ਜਵਾਬ ਹੀ ਦੇ ਦਿੱਤਾ ਵੀ ਨਹੀਂ, ਕੋਈ ਸਮਾਂ ਘਰੇ ਰੱਖ ਕੇ ਸੇਵਾ ਕਰੋ, ਇਹਨੇ ਬਚਣਾ ਕੋਈ ਨਹੀਂ। ਉਸ ਵਿਅਕਤੀ ਦੇ ਘਰ ਵਿੱਚ ਜਾ ਕੇ ਕਿਸੇ ਗੁਰਸਿੱਖ ਨੇ ਦੱਸਿਆ ਵੀ ਗੁਰੂ ਰਾਮਦਾਸ ਪਾਤਸ਼ਾਹ ਦਾ ਘਰ ਇਹੋ ਜਿਹਾ ਹੈ, ਤੁਸੀਂ ਇਸ ਨੂੰ ਉੱਥੇ ਲੈ ਕੇ ਜਾਓ, ਇਸ਼ਨਾਨ ਕਰਵਾਓ, ਗੁਰਬਾਣੀ ਦਾ ਪਾਠ ਸਰਵਣ ਕਰੋ, ਗੁਰੂ ਰਾਮਦਾਸ ਪਾਤਸ਼ਾਹ ਜੇ ਚਾਹਣਗੇ ਤੇ ਕਿਰਪਾ ਹੋ ਜਾਏਗੀ। ਕਹਿਣ ਲੱਗੇ ਉਸ ਵਿਅਕਤੀ ਨੂੰ, ਜਿਹੜਾ ਧਰਮ ਦਾ ਹਿੰਦੂ ਹੈ, ਉਸ ਨੂੰ ਲਿਆ ਕੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਵਾਇਆ ਗਿਆ। ਇਸ਼ਨਾਨ ਕਰਵਾਉਣ ਤੋਂ ਮਗਰੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸ੍ਰੀ ਹਰਿਮੰਦਰ ਸਾਹਿਬ ਦੀ ਧਰਤੀ ਤੇ। ਪਰਿਵਾਰ ਦੇ ਮੈਂਬਰ ਪਾਠ ਸਰਵਣ ਕਰਦੇ, ਇਹ ਕੈਂਸਰ ਦਾ ਮਾਰਿਆ ਹੋਇਆ ਪੀੜਤ ਵਿਅਕਤੀ ਵੀ ਬੈਠਾ ਹੋਇਆ ਗੁਰੂ ਦੀ ਬਾਣੀ ਸਰਵਣ ਕਰਦਾ। ਕਹਿਣ ਲੱਗੇ ਜਿਸ ਵੇਲੇ ਗੁਰਬਾਣੀ ਦਾ ਪਾਠ ਸੰਪੂਰਨ ਹੋਇਆ, ਜਿਸ ਦਿਨ ਪਾਠ ਆਰੰਭ ਹੋਇਆ, ਉਸ ਦਿਨ ਇਸ ਵਾਸੂ ਭਾਰਦਵਾਜ ਨੂੰ ਸਰੀਰ ਦੀ ਖਬਰ ਕੋਈ ਨਹੀਂ, ਉੱਠ ਕੇ ਖੜਾ ਨਹੀਂ ਹੋ ਸਕਦਾ, ਲੰਮੇ ਪਿਆ ਉਸ ਕਮਰੇ ਦੇ ਵਿੱਚ ਜਿੱਥੇ ਪਾਠ ਹੁੰਦਾ। ਜਿਸ ਦਿਨ ਰਮਤਾ ਦੀ ਅਰਦਾਸ ਹੋਈ ਹੈ ਅਤੇ ਜਦੋਂ ਭੋਗ ਦੀ ਅਰਦਾਸ ਹੋਈ, ਆਪ ਖੜੇ ਹੋ ਕੇ ਭੋਗ ਦੀ ਅਰਦਾਸ ਦੇ ਵਿੱਚ ਇਹਨੇ ਆਪਣੀ ਹਾਜ਼ਰੀ ਲਵਾਈ, ਖੜੇ ਹੋਣ ਜੋਗਾ ਹੋ ਗਿਆ। ਗੁਰੂ ਰਾਮਦਾਸ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ। ਥੋੜੇ ਦਿਨਾਂ ਵਿੱਚ ਉਹ ਰੋਗ ਖਤਮ ਹੀ ਹੋ ਗਿਆ, ਮੁੱਕ ਹੀ ਗਿਆ, ਰਹਿ ਹੀ ਕੋਈ ਨਾ ਗਿਆ। ਜਦੋਂ ਦੁਬਾਰਾ ਜਾ ਕੇ ਉਹਨਾਂ ਡਾਕਟਰਾਂ ਨੂੰ ਮਿਲਿਆ, ਦੁਬਾਰਾ ਜਾ ਕੇ ਆਪਣੀ ਕਾਰਵਾਈ ਜਿਹੜੀ ਟੈਸਟ ਵਗੈਰਾ ਕਰਵਾਏ, ਡਾਕਟਰ ਲੋਕ, ਵੈਦ ਲੋਕ ਵੀ ਹੈਰਾਨ ਹੋ ਗਏ ਵੀ ਇੰਨੀ ਭਿਆਨਕ ਬਿਮਾਰੀ ਜਿਹੜੀ ਸਾਰੇ ਸਰੀਰ ਨੂੰ ਖਾ ਗਈ ਹੈ, ਉਹ ਬਿਲਕੁਲ ਖਤਮ ਹੀ ਹੋ ਗਈ ਹੈ, ਰਹਿ ਕੋਈ ਨਹੀਂ ਗਈ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਇਹ ਐਸਾ ਅੰਮ੍ਰਿਤ ਸਰੋਵਰ ਹੈ, ਜਿਹੜਾ ਇੱਥੇ ਇਸ਼ਨਾਨ ਕਰਦਾ ਹੈ ਉਹ ਸਹੀ ਸਲਾਮਤ ਹੋ ਜਾਂਦਾ, ਬਿਮਾਰੀਆਂ ਉਸ ਦੀਆਂ ਕੱਟੀਆਂ ਜਾਂਦੀਆਂ। ਇਹ ਜਿਹੜੀ ਗਾਥਾ ਪ੍ਰਸੰਗ ਹੈ, ਇਹ ਵਾਸੂ ਭਾਰਦਵਾਜ ਨੇ ਆ ਮੀਡੀਆ ਨੂੰ ਬੁਲਾ ਕੇ ਸਾਰਿਆਂ ਦੇ ਸਾਹਮਣੇ ਇਹ ਗੱਲ ਕਹੀ ਕਿ ਮੇਰੀ ਜ਼ਿੰਦਗੀ ਐਸੀ ਹੋ ਗਈ, ਮੈਂ ਹਿੰਦੂ ਧਰਮ ਦੇ ਵਿੱਚ ਪਰਿਵਾਰ ਵਿੱਚ ਜਨਮਿਆ, ਕੈਂਸਰ ਨੇ ਮੇਰਾ ਸਾਰਾ ਸਰੀਰ ਖਾ ਲਿਆ, ਪਰ ਮੈਨੂੰ ਕਿਸੇ ਗੁਰਸਿੱਖ ਨੇ ਗੁਰੂ ਰਾਮਦਾਸ ਪਾਤਸ਼ਾਹ ਦਾ ਘਰ ਦੱਸਿਆ, ਮੈਂ ਇੱਥੇ ਆ ਕੇ ਇਸ਼ਨਾਨ ਕੀਤਾ, ਗੁਰਬਾਣੀ ਦਾ ਪਾਠ ਸਰਵਣ ਕੀਤਾ ਅਤੇ ਮੈਂ ਇੱਥੋਂ ਸਹੀ ਸਲਾਮਤ ਹੋਇਆ। ਤੇ ਕਿਸੇ ਵਿਅਕਤੀ ਨੇ ਸਵਾਲ ਕਰ ਦਿੱਤਾ ਮੀਡੀਆ ਦੇ ਵਿੱਚੋਂ, ਤੁਹਾਡੇ ਤੇ ਇੰਨੀ ਕਿਰਪਾ ਹੋਈ ਹੈ, ਫਿਰ ਤੁਸੀਂ ਸਿੱਖ ਕਿਉਂ ਨਹੀਂ ਬਣ ਗਏ? ਤੁਹਾਨੂੰ ਸਿੱਖ ਬਣ ਜਾਣਾ ਚਾਹੀਦਾ ਹੈ, ਤੁਸੀਂ ਤੇ ਹਾਲੇ ਵੀ ਹਿੰਦੂ ਧਰਮ ਦੇ ਵਿੱਚ ਹੀ ਰਹਿੰਦੇ ਹੋ, ਨਾਮ ਵੀ ਤੁਹਾਡਾ ਉਹਨਾਂ ਵਾਲਾ ਹੀ ਹੈ। ਤੇ ਉਸ ਵਿਅਕਤੀ ਨੇ ਜਵਾਬ ਦਿੰਦਿਆਂ ਹੋਇਆ ਆਖਿਆ, ਕਹਿਣ ਲੱਗਾ ਜੇ ਮੈਂ ਸਿੱਖ ਬਣ ਜਾਵਾਂ ਤੇ ਦੁਨੀਆ ਦੇ ਲੋਕਾਂ ਨੇ ਆਖਣਾ ਸਿੱਖ ਆਪਣੇ ਧਰਮ ਦੀ ਵਡਿਆਈ ਕਰਦਾ ਪਿਆ, ਸਿੱਖ ਆਪਣੇ ਧਰਮ ਦੀ ਮਸ਼ਹੂਰੀ ਕਰਦਾ ਪਿਆ ਹੈ, ਮੈਂ ਦੁਨੀਆ ਨੂੰ ਦੱਸਦਾ ਪਿਆ ਧਰਮ ਭਾਵੇਂ ਮੇਰਾ ਕੋਈ ਹੋਰ ਹੈ, ਪਰ ਜਿਹੜੀ ਮਹਿਮਾ, ਜਿਹੜੀ ਬਖਸ਼ਿਸ਼ ਇੱਥੋਂ ਪ੍ਰਾਪਤ ਹੁੰਦੀ ਪਈ ਹੈ, ਇਹ ਦੁਨੀਆ ਤੋਂ ਕਿਤੇੋਂ ਵੀ ਪ੍ਰਾਪਤ ਨਹੀਂ ਹੋ ਰਹੀ, ਨਾ ਹੋ ਸਕਦੀ ਹੈ। ਤੇ ਇਸ ਤਰ੍ਹਾਂ ਉਹਨੇ ਆਪ ਹੀ ਆਪਣੀ ਹੱਡ ਬੀਤੀ ਜਿਹੜੀ ਹੈ ਨਾ, ਉਹ ਦੁਨੀਆ ਦੇ ਸਾਹਮਣੇ ਰੱਖੀ ਹੈ
ਅਤੇ ਇਸੇ ਤਰ੍ਹਾਂ ਮੀਡੀਆ ਦੇ ਵਿੱਚ ਲਿਆ ਕੇ ਰੱਖੀ। ਆਪ ਆਪਣੀ ਜੀਵਨੀ ਵੀ ਉਸਨੇ ਲਿਖੀ ਹੈ। ਸੁਵਾਸੂ ਭਾਰਦਵਾਜ ਉਸ ਵਿਅਕਤੀ ਦਾ ਨਾਮ ਹੈ। ਮਹਾਰਾਜ ਇੱਥੇ ਬਖਸ਼ਿਸ਼ ਕਰਦੇ ਕਹਿਣ ਲੱਗੇ ਸਹੀ ਸਲਾਮਤ ਨਹਾਏ ਆਏ। ਜਿਹੜਾ ਇੱਥੇ ਆ ਕੇ ਇਸ਼ਨਾਨ ਕਰੇਗਾ, ਜੇ ਕੋਈ ਬਿਮਾਰੀ ਕੋਈ ਦੁੱਖ ਹੈ ਭਾਵਨਾ ਰੱਖੇਗਾ ਤੇ ਉਹ ਸਹੀ ਸਲਾਮਤ ਹੋ ਜਾਏਗਾ। ਉਸ ਦੀਆਂ ਬਿਮਾਰੀਆਂ ਦੋ ਕੱਟੇ ਜਾਂਦੇ ਹਨ। ਆਪਣਾ ਪ੍ਰਭੂ ਧਿਆਏ। ਪਰਮੇਸ਼ਰ ਨੂੰ ਧਿਆਇਆ ਭਾਈ, ਇੱਥੇ ਆ ਕੇ ਗੁਰਬਾਣੀ ਦਾ ਪਾਠ ਕੀਤਾ ਭਲਾ ਹੋ ਜਾਂਦਾ ਹੈ। ਸੰਤ ਸਰੋਵਰ ਨਾਵਾ। ਸ਼ਾਂਤ ਚਿੱਤ ਜੋ ਗੁਰੂ ਰਾਮਦਾਸ ਪਾਤਸ਼ਾਹ ਨੇ, ਜਿਹੜਾ ਉਹਨਾਂ ਦੇ ਸਰੋਵਰ ਵਿੱਚ ਆ ਕੇ ਇਸ਼ਨਾਨ ਕਰੇਗਾ। ਗੁਰਮੁਖ ਕੋਈ ਮਾਈ ਭਾਈ ਗੁਰੂ ਪਾਤਸ਼ਾਹ ਦੇ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ, ਸੋ ਜਨ ਪਰਮ ਗਤ ਪਾਵੈ। ਗੁਰਮੁਖ ਜਿਹੜਾ ਨਾ ਕੇਵਲ ਮੋਕਸ਼ ਨੂੰ ਪ੍ਰਾਪਤ ਕਰ ਲਵੇਗਾ। ਜਿਸ ਵੇਲੇ ਮੁਗਲਾਂ ਦਾ ਰਾਜ ਹੋਇਆ ਨਾ ਹਿੰਦੁਸਤਾਨ ਦੀ ਧਰਤੀ ਤੇ ਉਹਨਾਂ ਨੇ ਸਿੱਖਾਂ ਨੂੰ ਖਤਮ ਕਰਨ ਵਾਸਤੇ ਅੰਮ੍ਰਿਤ ਸਰੋਵਰ ਦੇ 4 ਚੁਫੇਰੇ ਪਹਿਰੇ ਲਾ ਦਿੱਤੇ। ਇਹ ਸਿੱਖ ਇੱਥੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦੇ। ਇੱਥੇ ਆਬੇ ਹਯਾਤ ਹੈ, ਐਸਾ ਇਹ ਪਾਣੀ ਹੈ, ਇਸ਼ਨਾਨ ਕਰਦੇ ਇਹਨਾਂ ਵਿੱਚ ਤਾਕਤ ਆ ਜਾਂਦੀ ਹੈ। ਇਹ ਮਰਨ ਤੋਂ ਨਹੀਂ ਡਰਦੇ। ਬੜੇ ਬੜੇ ਸਖਤ ਪਹਿਰੇ ਲਾਏ ਗਏ ਕਿ ਜਿਹੜਾ ਇਸ਼ਨਾਨ ਕਰਨ ਵਾਸਤੇ ਆਵੇ ਉਸ ਨੂੰ ਮਾਰ ਦਿੱਤਾ ਜਾਵੇ। ਪਰ ਗੁਰੂ ਕੇ ਸਿੱਖ ਭਾਵਨਾ ਵਾਲੇ ਜਿਹੜੇ ਇਸ਼ਨਾਨ ਕਰਨਾ ਚਾਹੁੰਦੇ, ਇੰਨੇ ਸਖਤ ਪਹਿਰੇ ਦੇ ਬਾਵਜੂਦ ਵੀ ਜਾ ਕੇ ਉੱਥੇ ਇਸ਼ਨਾਨ ਕਰ ਆਉਂਦੇ। ਐਸੀਆਂ ਬਖਸ਼ਿਸ਼ਾਂ ਉਹਨਾਂ ਨੂੰ ਪ੍ਰਾਪਤ ਹੋਈਆਂ। ਮਹਾਰਾਜ ਕਹਿਣ ਲੱਗੇ ਭਾਈ ਜਿਹੜਾ ਇੱਥੇ ਇਸ਼ਨਾਨ ਕਰੇਗਾ ਨਾ, ਸੋ ਜਨ ਪਰਮਗਤ ਪਾਵੈ। ਉਹ ਕੇਵਲ ਮੋਕਸ਼ ਨੂੰ ਪਾ ਲਵੇਗਾ। ਦੁਨੀਆ ਦੇ ਲੋਕ ਨਿੰਦਿਆ ਤੇ ਬੜੀ ਕਰਦੇ ਗੁਰੂ ਦੀ, ਗੁਰੂ ਘਰ ਦੀ, ਗੁਰੂ ਸਰੋਵਰ ਦੀ, ਪਰ ਗੁਰੂ ਰਾਮਦਾਸ ਪਾਤਸ਼ਾਹ ਦੇ ਸਪੁੱਤਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਬਚਨ ਨੇ ਭਾਈ ਜਿਹੜਾ ਭਾਵਨਾ ਨਾਲ ਇੱਥੇ ਇਸ਼ਨਾਨ ਵੀ ਕਰੇਗਾ ਉਹਨੂੰ ਕੇਵਲ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਮਰੇ ਨਾ ਆਵੈ ਜਾਈ। ਨਾ ਮਰ ਕੇ ਜਾਵੇਗਾ ਅਤੇ ਨਾ ਜਨਮ ਕੇ ਆਉਂਦਾ ਹੈ। ਹਰ ਹਰੇ ਨਾਮ ਧਿਆਈ। ਜਿਨ੍ਹਾਂ ਨੇ ਹਰੀ ਹਰ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ ਉਹ ਜੰਮਣ ਮਰਨ ਤੋਂ ਮੁਕਤ ਹੋ ਗਏ। ਨਾਮ ਤੇ ਐਸਾ ਵੱਡਾ ਹੈ, ਨਾਮ ਦੀ ਮਹਿਮਾ ਕਹੀ ਨਹੀਂ ਜਾ ਸਕਦੀ ਹੈ, ਕਿਉਂਕਿ ਨਾਮ ਦੇ ਬਰਾਬਰ ਕੋਈ ਦੁਨੀਆ ਦੀ ਵਸਤੂ ਹੈ ਹੀ ਨਹੀਂ। ਤੇ ਮਹਿਮਾ ਕੌਣ ਕਹੇ, ਕਹਿ ਕੋਈ ਨਹੀਂ ਸਕਦਾ। ਇਹ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸਾਨੂੰ ਸਭ ਤੋਂ ਵੱਡੀ ਦਾਤ ਦਿੱਤੀ ਹੈ। ਕਈ ਵਾਰੀ ਅਸੀਂ ਸੋਚ ਲੈਂਦੇ ਕਿ ਦੂਜੇ ਧਰਮ ਦੇ ਵਿੱਚ ਆਹ ਤਿਉਹਾਰ ਮਨਾਇਆ ਜਾਂਦਾ, ਆਹ ਦਿਨ ਮਨਾਇਆ ਜਾਂਦਾ ਹੈ। ਪਾਤਸ਼ਾਹ ਕਹਿਣ ਲੱਗੇ ਉਹ ਤਿਉਹਾਰ ਲੋਕੀ ਮਨਾਉਂਦੇ ਜ਼ਰੂਰ ਨੇ, ਉਹਨਾਂ ਦਾ ਬਹੁਤਾ ਕੋਈ ਵੱਡਾ ਫਲ ਨਹੀਂ ਹੈ। ਸਭ ਤੋਂ ਵੱਡਾ ਫਲ ਤੇ ਨਾਮ ਜਪਣ ਦਾ ਹੈ। ਜਿਨ੍ਹਾਂ ਨੇ ਨਾਮ ਜਪਿਆ ਮੁਕਤ ਹੋਏ। ਜਿਨ੍ਹਾਂ ਨੇ ਨਾਮ ਨਹੀਂ ਜਪਿਆ ਉਹ ਭਾਵੇਂ ਕਿੰਨੀ ਵੱਡੀ ਪਦਵੀ ਤੇ ਬੈਠਾ ਹੋਇਆ ਪੈਗੰਬਰ ਹੀ ਕਿਉਂ ਨਾ ਹੋਵੇ, ਕੋਈ ਦੇਵਤਾ ਹੀ ਕਿਉਂ ਨਾ ਹੋਵੇ, ਉਹ ਮੁਕਤ ਨਹੀਂ ਹੋ ਸਕਿਆ। ਨਾਮ ਤੋਂ ਬਿਨਾਂ ਮੁਕਤੀ ਕੋਈ ਨਹੀਂ ਹੈ। ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਨੇ ਰੱਬ ਦੇ ਨਾਮ ਨੂੰ ਜਪਿਆ ਉਹ ਕਾਲ ਦੀ ਫਾਹੀ ਤੋਂ ਬਚ ਗਏ। ਜਿਹੜੇ ਅੱਗੇ ਜਪਣਗੇ ਉਹ ਬਚ ਜਾਣਗੇ, ਪਰ ਜਿਹੜੇ ਨਹੀਂ ਜਪਣਗੇ ਉਹ ਕਾਲ ਦੀ ਫਾਹੀ ਉਹਨਾਂ ਦੇ ਗਲ ਵਿੱਚ ਪੈਣੀ ਹੈ। ਸੋ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਆਪਣੇ ਤੇ। ਅੰਮ੍ਰਿਤ ਸਰੋਵਰ ਦੀ ਮਹਿਮਾ ਮਹਾਰਾਜ ਜੀਆਂ ਨੇ ਇਸ ਸਰੋਵਰ ਦੇ ਵਿੱਚ ਦੱਸੀ ਹੈ। ਜਦੋਂ ਆਪ ਸੰਗਤਾਂ ਇਸ਼ਨਾਨ ਕਰਨ ਵਾਸਤੇ ਜਾਂਦੇ ਸ੍ਰੀ ਹਰਿਮੰਦਰ ਸਾਹਿਬ ਦੀ ਧਰਤੀ ਤੇ ਅੰਮ੍ਰਿਤ ਸਰੋਵਰ ਦੇ ਵਿੱਚ, ਉਸ ਵੇਲੇ ਗੁਰਬਾਣੀ ਦਾ ਪਾਠ ਜ਼ਰੂਰ ਕਰਨਾ ਹੈ। ਜਪਜੀ ਸਾਹਿਬ ਦਾ ਜੇ ਪਾਠ ਜ਼ੁਬਾਨੀ ਆਉਂਦਾ, ਜਪਜੀ ਸਾਹਿਬ ਦਾ ਪਾਠ ਕਰੋ ਇਸ਼ਨਾਨ ਕਰਦਿਆਂ ਹੋਇਆ। ਜਪਜੀ ਸਾਹਿਬ ਦਾ ਪਾਠ, ਇਹ ਜਿਹੜਾ ਸ਼ਬਦ ਆਪਾਂ ਸਰਵਣ ਕੀਤਾ, ਜੇ ਇਹ ਸ਼ਬਦ ਵੀ ਜ਼ੁਬਾਨੀ ਯਾਦ ਹੈ, ਇਹਦੇ ਵੱਧ ਤੋਂ ਵੱਧ ਜਿੰਨੇ ਪਾਠ ਹੋ ਸਕਦੇ ਇਹ ਕੀਤੇ ਜਾਣੇ। ਮਹਿਮਾ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਲਿਖੀ ਹੈ ਅੰਮ੍ਰਿਤ ਸਰੋਵਰ ਦੀ, ਉਹਨੂੰ ਬਖਸ਼ਿਸ਼ਾਂ ਹੀ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ। ਐਸਾ ਇਹ ਗੁਰਬਾਣੀ ਦਾ ਮਹਾਰਾਜ ਜੀਆਂ ਨੇ ਸਾਨੂੰ ਖਜ਼ਾਨਾ ਬਖਸ਼ਿਆ। ਇਸ ਸ਼ਬਦ ਨੂੰ ਫਿਰ ਮਹਾਰਾਜ ਜੀ ਸ਼ੁਰੂ ਤੋਂ ਸਾਨੂੰ ਬਖਸ਼ਿਸ਼ ਕਰਦੇ ਹਨ। ਵਿੱਚ ਕਰਤਾ ਪੁਰਖ ਕਲੋਆ। ਰਾਮਦਾਸ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਮੁਖੋਂ ਬਖਸ਼ਿਸ਼ ਕਰਦੇ, ਕਹਿਣ ਲੱਗੇ ਜਿਹੜੇ ਸਾਧੂ ਗੁਰਮੁਖ ਜਨ ਜਿਹੜੇ ਨੇ ਸਾਧਨਾ ਕਰਨ ਵਾਲੇ ਉੱਤਮ ਜਗਿਆਸੂ, ਉਹਨਾਂ ਦੇ ਸਾਧਨਾ ਵਿੱਚ ਕਰਤਾ ਪੁਰਖ ਆਪ ਖਲੋ ਜਾਂਦਾ। ਸਾਧਨ ਕੀ ਹੈ? ਅੰਮ੍ਰਿਤ ਵੇਲੇ ਉੱਠਣਾ। ਅੰਮ੍ਰਿਤ ਵੇਲੇ ਉੱਠਣਾ ਇਹ ਵੀ ਇੱਕ ਸਾਧਨ, ਇੱਕ ਜਰੀਆ ਰੱਬ ਨੂੰ ਮਿਲਣ ਦਾ, ਇਹ ਵੀ ਇੱਕ ਰਾਹ ਹੈ। ਇਹਦੇ ਵਿੱਚ ਵੀ ਰੁਕਾਵਟਾਂ ਪੈ ਜਾਂਦੀਆਂ।
2-4 ਦਿਨ ਅੰਮ੍ਰਿਤ ਵੇਲੇ ਉੱਠਿਆ, ਫਿਰ ਜਾਗ ਹੀ ਨਹੀਂ ਆਈ ਹੈ। ਮਹਾਰਾਜ ਕਹਿੰਦੇ ਵਿੱਚ ਕਰਤਾ ਪੁਰਖ ਖਲੋਆ। ਜੇ ਅਕਾਲ ਪੁਰਖ ਦੀ ਮਿਹਰ ਹੋ ਜਾਵੇ ਨਾ ਤੇ ਉਹਨਾਂ ਗੁਰਮੁਖਾਂ ਦਾ ਕਦੇ ਅੰਮ੍ਰਿਤ ਵੇਲਾ ਛੁੱਟਦਾ ਹੀ ਨਹੀਂ ਹੈ। ਸਾਨੂੰ ਤੇ ਅਲਾਰਮ ਲੱਗ ਜਾਵੇ ਤਾਂ ਵੀ ਪਤਾ ਨਹੀਂ ਲੱਗਦਾ, ਗੁਰਮੁਖਾਂ ਨੂੰ ਆਪਣੇ ਆਪ ਹੀ ਜਾਗ ਆ ਜਾਂਦੀ, ਅਲਾਰਮ ਦੀ ਲੋੜ ਵੀ ਨਹੀਂ ਪੈਂਦੀ ਹੈ। ਕਹਿਣ ਲੱਗੇ ਕਰਤਾ ਪੁਰਖ ਖਲੋਤਾ ਹੋਇਆ, ਉਹਨਾਂ ਦੇ ਅੰਮ੍ਰਿਤ ਵੇਲੇ ਵਿੱਚ ਰੁਕਾਵਟ ਨਹੀਂ ਪੈਂਦੀ ਹੈ। ਇਸ ਤਰ੍ਹਾਂ ਜਿਹੜੇ ਗੁਰਮੁਖ ਅੰਮ੍ਰਿਤ ਵੇਲੇ ਜਾ ਕੇ ਗੁਰੂ ਦੇ ਦਰਸ਼ਨ ਕਰਦੇ, ਗੁਰੂ ਘਰੇ ਜਾਂਦੇ, ਜਾ ਕੇ ਸੇਵਾ ਕਰਦੇ, 2-4 ਦਿਨ ਗਏ ਫਿਰ ਰੁਕਾਵਟ ਪੈ ਗਈ। ਪਰ ਜਿਨ੍ਹਾਂ ਦੇ ਕਾਰਜ ਵਿੱਚ ਕਰਤਾ ਪੁਰਖ ਖਲੋ ਗਿਆ, ਉਹਨਾਂ ਦੇ ਫਿਰ ਇਸ ਕਾਰਜ ਵਿੱਚ ਵੀ ਰੁਕਾਵਟ ਨਹੀਂ ਪੈਂਦੀ ਹੈ। ਰੋਜ਼ ਅੰਮ੍ਰਿਤ ਵੇਲੇ ਮਹਾਰਾਜ ਆਪੇ ਹੀ ਉਦਮ ਬਖਸ਼ਿਸ਼ ਕਰ ਦਿੰਦੇ, ਉਸ ਨੂੰ ਆਪਣੇ ਦਰ ਤੇ ਲੈ ਕੇ ਆਉਂਦੇ। ਜਿਹੜਾ ਅੰਮ੍ਰਿਤ ਵੇਲੇ ਅਸੀਂ ਨਿਤਨੇਮ ਕਰਦੇ ਹਾਂ, ਸਿਮਰਨ ਕਰਦੇ ਹਾਂ, ਕੋਈ ਦਿਨ ਕੀਤਾ ਫਿਰ ਸਾਡੇ ਕੋਲੋਂ ਛੁੱਟ ਗਿਆ, ਪਰ ਕਰਤਾ ਪੁਰਖ ਜੀ ਦੇ ਤੇ ਮਿਹਰਬਾਨ ਹੋ ਜਾਵੇ, ਉਹਦਾ ਕਦੇ ਵੀ ਨਿਤਨੇਮ ਛੁੱਟਦਾ ਹੀ ਨਹੀਂ ਹੈ। ਮਹਾਰਾਜ ਉਸ ਨੂੰ ਇਹ ਬਖਸ਼ਿਸ਼ ਕਰਕੇ, ਰਹਿਮਤ ਕਰਕੇ ਨਿਤਨੇਮ ਸੰਪੂਰਨ ਕਰਵਾ ਲੈਂਦੇ। ਵਿੱਚ ਕਰਤਾ ਪੁਰਖ ਖਲੋਆ, ਜਦੋਂ ਕਰਤਾ ਪੁਰਖ ਅਕਾਲ ਪੁਰਖ ਜੀ ਮਿਹਰਬਾਨ ਹੋ ਜਾਣ, ਬਖਸ਼ਿਸ਼ ਕਰ ਦੇਣ, ਤੇ ਪਾਤਸ਼ਾਹ ਕਹਿਣ ਲੱਗੇ ਫਿਰ ਸਾਧਨ ਜਿਹੜੇ ਨੇ ਰੱਬ ਨੂੰ ਮਿਲਣ ਦੇ, ਸਾਧਨ ਤੋਂ ਭਾਵ ਹੁੰਦਾ ਗੁਰਮੁਖੋ ਰਸਤੇ, ਜਿਹੜੇ ਰੱਬ ਨੂੰ ਮਿਲਣ ਦਾ ਰਸਤਾ ਹੈ। ਕੋਈ ਵੀ ਕੰਮ ਹੈ ਜਿਹੜਾ ਧਰਮ ਨੂੰ ਮੁੱਖ ਰੱਖ ਕੇ ਕੀਤਾ ਗਿਆ ਜਾਂ ਧਰਮ ਨੇ ਆਖਿਆ, ਉਹ ਜਿਹੜਾ ਕੰਮ ਕੀਤਾ ਗਿਆ, ਪਾਤਸ਼ਾਹ ਕਹਿਣ ਲੱਗੇ ਉਸ ਕੰਮ ਦੇ ਵਿੱਚ ਫਿਰ ਕੋਈ ਵਿਘਨ ਨਹੀਂ ਪਾ ਸਕਦਾ, ਕਿਉਂਕਿ ਉਹਦੇ ਵਿੱਚ ਕਰਤਾ ਪੁਰਖ ਆਪ ਮਿਹਰ ਕਰਦਾ ਪਿਆ। ਜੇ ਉਹਨੇ ਅੰਮ੍ਰਿਤ ਵੇਲਾ ਆਪ ਬਖਸ਼ਿਆ ਤੇ ਫਿਰ ਉਹਦੇ ਵਿੱਚ ਰੁਕਾਵਟ ਕੋਈ ਨਹੀਂ ਪਾਵੇਗਾ। ਜੇ ਉਹ ਨਿਤਨੇਮ ਬਖਸ਼ਦਾ ਪਿਆ, ਉਹਦੇ ਵਿੱਚ ਰੁਕਾਵਟ ਕੋਈ ਨਹੀਂ ਪਾ ਸਕਦਾ। ਤਾਂ ਹੀ ਆਪਾਂ ਬਚਨ ਪੜ੍ਹਦੇ ਹਾਂ ਨਾ ਸਤਿਗੁਰੂ ਪਾਤਸ਼ਾਹ ਜੀਆਂ ਦਾ, ਕਿ ਇਹ ਮਨ ਭਾਵੇਂ ਬੜਾ ਭਟਕਦਾ, ਬੜਾ ਦੌੜਦਾ, ਪਰ ਮਨ ਵੀ ਖਲੋ ਜਾਂਦਾ ਹੈ ਜੇ ਗੁਰੂ ਕਿਰਪਾ ਕਰੇ। ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਗੁਰੂ ਕਿਰਪਾ ਕਰੇ ਤੇ ਮਨ ਕਿਉਂ ਨਾ ਵਸ ਵਿੱਚ ਆਵੇ। ਇਹ ਸਾਰੀਆਂ ਬਖਸ਼ਿਸ਼ਾਂ ਜਿਹੜੇ ਜਗਿਆਸੂ ਨੇ, ਜਗਿਆਸੂ ਆਖਿਆ ਜਾਂਦਾ ਇੱਛਾ, ਜਗਿਆਸਾ ਰੱਖਣ, ਇੱਛਾ ਰੱਖਣ ਵਾਲਾ, ਕਿ ਰੱਬ ਨੂੰ ਮਿਲਣਾ, ਮਿਲਿਆ ਨਹੀਂ ਪਰ ਹਾਲੇ ਰਸਤੇ ਵਿੱਚ ਜਾਂਦਾ ਪਿਆ ਰੱਬ ਦੇ ਘਰ ਨੂੰ ਮਿਲਣ ਵਾਸਤੇ, ਉਹਨੂੰ ਜਗਿਆਸੂ ਆਖਿਆ ਜਾਂਦਾ। ਪਾਤਸ਼ਾਹ ਕਹਿਣ ਲੱਗੇ ਭਾਈ ਜਗਿਆਸੂਆਂ ਦੇ ਕਾਰਜ ਕਰਤਾ ਅਕਾਲ ਪੁਰਖ ਵਾਹਿਗੁਰੂ ਆਪ ਉਹਨਾਂ ਦੇ ਵਿੱਚ ਸਹਾਈ ਹੋ ਕੇ ਕਰਦਾ ਹੈ। ਵਾਲ ਨਾ ਵਿੰਗਾ ਹੋਆ, ਗੁਰਮੁਖਾਂ ਦੇ ਕੰਮ ਦੇ ਵਿੱਚ ਫਿਰ ਉਹਨਾਂ ਦਾ ਵਾਲ ਨਹੀਂ ਵਿੰਗਾ ਹੋਣ ਦਿੰਦਾ ਪਰਮਾਤਮਾ, ਭਾਵ ਉਹਨਾਂ ਦੇ ਕੰਮ ਦੇ ਵਿੱਚ ਰੁਕਾਵਟ ਨਹੀਂ ਪੈਣ ਦਿੰਦਾ। ਜਿਹੜਾ ਵੀ ਉਹ ਗੁਰਮੁਖ ਕੰਮ ਕਰਦੇ, ਉਸ ਕੰਮ ਦੇ ਵਿੱਚ ਆਪ ਸਹਾਈ ਹੋ ਜਾਂਦਾ ਹੈ। ਨਾ ਉਹਨਾਂ ਦੇ ਨਿਤਨੇਮ ਦੇ ਵਿੱਚ ਉਹਨਾਂ ਨੂੰ ਰੁਕਾਵਟ ਪੈਂਦੀ ਹੈ, ਨਾ ਅੰਮ੍ਰਿਤ ਵੇਲੇ ਦੇ ਇਸ਼ਨਾਨ ਵਿੱਚ ਰੁਕਾਵਟ ਪੈਂਦੀ ਹੈ, ਨਾ ਉਹਨਾਂ ਦੇ ਅੰਮ੍ਰਿਤ ਵੇਲੇ ਦੇ ਵਿੱਚ ਰੁਕਾਵਟ ਪੈਂਦੀ ਹੈ, ਨਾ ਉਹਨਾਂ ਦੇ ਧਰਮ ਕਰਮ ਦੇ ਜਿਹੜੇ ਕੰਮ ਨੇ ਉਹਨਾਂ ਵਿੱਚ ਵੀ ਉਹ ਰੁਕਾਵਟ ਨਹੀਂ ਪੈਣ ਦਿੰਦਾ। ਐਸੀਆਂ ਬਖਸ਼ਿਸ਼ਾਂ ਹੁੰਦੀਆਂ ਹਨ। ਭਜਨ ਗੁਰਿਆਂ ਦਾ ਰਾਸੇ, ਇਹ ਜਿਹੜਾ ਸਤ ਸੰਗਤ ਵਿੱਚ ਆ ਕੇ ਇਸ਼ਨਾਨ ਕਰਨਾ, ਜਿਵੇਂ ਆਪ ਸੰਗਤਾਂ ਬੈਠੇ ਹੋ ਨਾ, ਇਹ ਸਤ ਸੰਗਤ ਹੈ। ਇਹ ਸਤ ਸੰਗਤ ਰੂਪੀ ਸਰੋਵਰ ਵਿੱਚ ਜਿਹੜੇ ਗੁਰਮੁਖ ਇਸ਼ਨਾਨ ਕਰਦੇ, ਇਹ ਗੁਰੂ ਦੇ ਬਚਨ ਲਪਾ ਲੱਪ ਸਾਡੇ ਕੰਨਾਂ ਵਿੱਚ ਪੈ ਰਿਹਾ, ਸਾਡਾ ਮਨ ਤ੍ਰਿਪਤ ਹੁੰਦਾ ਜਾ ਰਿਹਾ ਹੈ। ਇਹ ਸਾਡੇ ਨੇਤਰ ਗੁਰੂ ਦੇ ਦਰਸ਼ਨ ਕਰਕੇ ਰੱਜਦੇ ਜਾ ਰਹੇ। ਐਸੀ ਵਡਿਆਈ ਇਹ ਸਰੋਵਰ ਵਿੱਚ ਹੋ ਰਹੀ ਹੈ। ਪਾਤਸ਼ਾਹ ਕਹਿਣ ਲੱਗੇ ਮੱਜਨ ਗੁਰ ਆਂਦਾ ਰਾਸੇ, ਜਿਨ੍ਹਾਂ ਨੇ ਸਤ ਸੰਗਤ ਸਰੋਵਰ ਦੇ ਵਿੱਚ ਆ ਕੇ ਇਸ਼ਨਾਨ ਕੀਤਾ, ਭਾਈ ਉਹਨਾਂ ਦਾ ਇਸ਼ਨਾਨ ਸਫਲਾ ਹੋ ਗਿਆ, ਰਾਸ ਹੋ ਗਿਆ। ਐਸੀ ਸੰਗਤ ਦੀ ਬਖਸ਼ਿਸ਼ ਹੋਈ ਹੈ। ਜਪ ਹਰ ਹਰ ਕਿਲਵਿਕ ਨਾਸੇ, ਸੰਗਤ ਦੇ ਸਰੋਵਰ ਦੇ ਵਿੱਚ ਇੱਥੇ ਨਾਮ ਹੀ ਜਪਿਆ ਜਾਣਾ ਨਾ। ਆਪਾਂ ਜਦੋਂ ਵੀ ਸੰਗਤ ਵਿੱਚ ਆਉਂਦੇ, ਜਾਂ ਕੀਰਤਨ ਸੁਣੀਦਾ, ਜਾਂ ਪਾਠ ਸੁਣੀਦਾ, ਜਾਂ ਕਥਾ ਸੁਣੀਦੀ ਹੈ ਤੇ ਪ੍ਰਮਾਤਮਾ ਦੀ ਸਿਫਤ ਹੈ। ਭਾਵੇਂ ਨਿਤਨੇਮ ਪਾਠ ਕਰ ਲਈਏ, ਭਾਵੇਂ ਕੀਰਤਨ ਸੁਣ ਲਈਏ, ਭਾਵੇਂ ਕਥਾ ਸੁਣ ਲਈਏ, ਹੈ ਤੇ ਪ੍ਰਮਾਤਮਾ ਦੀ ਸਿਫਤ। ਇਹਦੇ ਵਿੱਚ ਨਿੰਦਿਆ ਕਿਸੇ ਦੀ ਨਹੀਂ ਹੈ। ਤੁਸੀਂ ਜ਼ਿੰਦਗੀ ਵਿੱਚ ਆਪਣੇ ਜੀਵਨ ਦੇ ਵਿੱਚ ਕਿਸੇ ਕੋਲ ਖੜ ਜਾਓ, 2-4 ਮਿੰਟ ਤੇ ਗੱਲਾਂ ਪਰਿਵਾਰ ਦੀਆਂ ਹੋਣਗੀਆਂ, ਸੁੱਖ ਸ਼ਾਂਤ ਰਾਜੀ ਬਾਜੀ ਦੀਆਂ, ਉਸ ਤੋਂ ਬਾਅਦ ਵਿੱਚ ਨਿੰਦਿਆ ਹੀ ਸ਼ੁਰੂ ਹੋ ਜਾਂਦੀ। ਫਲਾਣਾ ਬੜਾ ਮਾੜਾ ਹੈ, ਕੋਈ ਕੁਕਰਮੀ ਹੈ, ਕੋਈ ਨੀਚ ਹੈ। ਦੁਨੀਆ ਦੀ ਨਿੰਦਿਆ ਕਰ ਕਰਕੇ ਉੱਥੇ ਪਾਪ ਹੀ ਅਸੀਂ ਲੋਕਾਂ ਦਾ ਧੋ ਦਿੰਦੇ। ਪਰ ਸੰਗਤ ਇਹੋ ਜਿਹੀ ਹੈ, ਇਹਦੇ ਵਿੱਚ ਨਿੰਦਿਆ ਨਹੀਂ ਕਿਸੇ ਦੀ ਹੁੰਦੀ ਹੈ। ਇਹਦੇ ਵਿੱਚ ਅਕਾਲ ਪੁਰਖ ਦੀ ਸਿਫਤ ਹੋ ਰਹੀ ਹੈ। ਜੇ ਕੀਰਤਨ ਹੋ ਰਿਹਾ ਤੇ ਤਾਂ ਵੀ ਸਿਫਤ ਹੈ, ਨਿਤਨੇਮ ਹੋ ਰਿਹਾ ਤੇ ਤਾਂ ਵੀ ਸਿਫਤ ਹੈ, ਕਥਾ ਹੋ ਰਹੀ ਹੈ ਤੇ ਤਾਂ ਵੀ ਗੁਰੂ ਦੀ ਸਿਫਤ ਹੈ। ਇੱਥੇ ਨਿੰਦਿਆ ਨਹੀਂ ਹੈ।
ਪਰ ਜੀਵਨ ਦੇ ਵਿੱਚ ਅਸੀਂ ਕਿਤੇ ਵੀ ਖੜ ਜਾਈਏ, ਆਪਣੇ ਜੀਵਨ ਦਾ ਤਜਰਬਾ ਕਰਕੇ ਵੇਖ ਲਿਓ, 2-4 ਮਿੰਟ ਤੇ ਘਰੇਲੂ ਗੱਲਾਂ ਚੱਲ ਪਈਆਂ, ਉਸ ਤੋਂ ਵੱਧ ਸਮਾਂ ਤੇ ਫਿਰ ਨਿੰਦਿਆ ਹੀ ਹੈ, ਭਾਵੇਂ ਕਿਹਦੀ ਮਰਜ਼ੀ ਸ਼ੁਰੂ ਹੋ ਜਾਵੇ। ਪਰ ਇਹ ਸੰਗਤ ਇਹੋ ਜਿਹੀ ਹੈ, ਇੱਥੇ ਸਿਫਤ ਹੁੰਦੀ ਹੈ ਪਰਮਾਤਮਾ ਦੀ। ਮਹਾਰਾਜ ਕਹਿਣ ਲੱਗੇ ਜਪ ਹਰ ਹਰ ਕਿਲ ਵੇਖ ਨਾਸੇ। ਇੱਥੇ ਤੇ ਨਾਮ ਜਪ ਕੇ ਜਿਹੜੇ ਤੋਂ ਬਾਹਰ ਪਾਪ ਕਮਾਏ ਨੇ ਉਹ ਸਗੋਂ ਇੱਥੇ ਆ ਕੇ ਨਾਸ ਹੋ ਜਾਂਦੇ। ਜ਼ਿੰਦਗੀ ਦੇ ਵਿੱਚ ਬੜੇ ਬੜੇ ਵੱਡੇ ਬੱਜਰ ਪਾਪ ਕੀਤੇ, ਕੁਰੈਤਾਂ ਕੀਤੀਆਂ, ਕੁਕਰਮ ਕੀਤੇ, ਉਹ ਵੀ ਸੰਗਤ ਵਿੱਚ ਆ ਕੇ ਮਾਫ ਹੋ ਜਾਂਦੇ। ਐਸੀ ਇਹ ਭਾਈ ਸਤ ਸੰਗਤ ਦਾ ਸਰੋਵਰ ਹੈ, ਜਿੱਥੇ ਆਪ ਜੀ ਆ ਕੇ ਅੰਮ੍ਰਿਤ ਵੇਲੇ ਬੈਠਦੇ ਹੋ, ਨਿਤਨੇਮ ਸਰਵਣ ਕਰਦੇ, ਗੁਰਬਾਣੀ ਪਾਠ ਸਰਵਣ ਕਰਦੇ, ਕੀਰਤਨ ਸਰਵਣ ਕਰਦੇ। ਇੱਥੇ ਬੱਜਰ ਪਾਪ, ਬੱਜਰ ਗੁਨਾਹ ਜਿਹੜੇ ਨੇ ਵੱਡੇ ਪਾਪ, ਉਹ ਵੀ ਸਾਰੇ ਮਿਟ ਜਾਂਦੇ ਹਨ। ਸੰਤ ਹੋ ਰਾਮਦਾਸ ਸਰੋਵਰ ਨੀਕਾ। ਗੁਰੂ ਪਾਤਸ਼ਾਹ ਕਹਿਣ ਲੱਗੇ ਸੰਤੋ ਇਹ ਭਾਈ ਇਹ ਗੁਰਮੁਖੋ, ਜਿਹੜੇ ਮਹਾਤਮਾ ਨੇ ਨਾ ਉਹਨਾਂ ਦਾ ਸਤ ਸੰਗਤ ਰੂਪ ਸਰੋਵਰ ਬੜਾ ਹੀ ਚੰਗਾ ਹੈ। ਕਿਉਂਕਿ ਸਤ ਸੰਗਤ ਵਿੱਚ ਕੋਈ ਵੀ ਬੈਠ ਸਕਦਾ ਨਾ ਆ ਕੇ। ਇੱਥੇ ਜਾਤ ਨਹੀਂ ਪੁੱਛੀ ਜਾਂਦੀ, ਧਰਮ ਨਹੀਂ ਪੁੱਛਿਆ ਜਾਂਦਾ, ਅਮੀਰੀ ਗਰੀਬੀ ਨਹੀਂ ਪੁੱਛੀ ਜਾਂਦੀ, ਮਹਿੰਗਾ ਤੇ ਸਸਤਾ ਨਹੀਂ ਵੇਖਿਆ ਜਾਂਦਾ। ਇਹ ਗੁਰੂ ਕੀ ਸੰਗਤ ਰੂਪੀ ਸਰੋਵਰ ਬੜਾ ਹੀ ਚੰਗਾ ਹੈ, ਜਿਹੜਾ ਇਸ ਵਿੱਚ ਆ ਕੇ ਬੈਠਦਾ ਹੈ। ਜੋ ਨਾਵੈ ਸੋ ਕੁਲ ਤਰਾਵੈ, ਉਧਾਰ ਹੁਆ ਹੈ ਜੀ ਕਾ। ਸਤ ਸੰਗਤ ਸਰੋਵਰ ਵਿੱਚ ਇਸ਼ਨਾਨ ਕਰਦੇ, ਇਸ਼ਨਾਨ ਕੀ ਕਰਨਾ? ਤੱਪੜ ਝਾੜ ਵਿਛਾਏ ਧੂੜੀ ਨਾਇਆ। ਜਦੋਂ ਸੰਗਤ ਵਿੱਚ ਅਸੀਂ ਚਾਦਰਾਂ ਝਾੜਦੇ ਹਾਂ ਨਾ, ਸੰਗਤ ਵਿੱਚ ਆ ਕੇ ਅਸੀਂ ਝਾੜੂ ਫੇਰਦੇ ਹਾਂ, ਉਹ ਜਿਹੜੀ ਧੂੜ ਉੱਡਦੀ ਹੈ, ਚਰਨ ਧੂੜ, ਉਹ ਜਦੋਂ ਸਾਡੇ ਸਰੀਰ ਤੇ ਪੈਂਦੀ ਹੈ, ਇਹੋ ਹੀ ਇਸ਼ਨਾਨ ਕਰਨਾ ਹੈ। ਤੱਪੜ ਝਾੜ ਵਿਛਾਏ, ਤੱਪੜਾਂ ਨੂੰ ਝਾੜ ਕੇ ਵਿਛਾਉਣਾ, ਚਾਦਰਾਂ ਨੂੰ, ਗਲੀਚਿਆਂ ਨੂੰ, ਦਰੀਆਂ ਨੂੰ ਝਾੜ ਕੇ ਵਿਛਾਉਣਾ। ਉਹ ਜਿਹੜੀ ਧੂੜ ਉੱਡੀ ਹੈ ਨਾ ਸਤ ਸੰਗਤ ਦੇ ਚਰਨਾਂ ਦੀ, ਉਹਦੇ ਵਿੱਚ ਜਿਨ੍ਹਾਂ ਨੇ ਨਹਾਇਆ ਕਈ ਇਸ਼ਨਾਨ ਕੀਤਾ ਹੈ। ਤੱਪੜ ਝਾੜ ਵਿਛਾਏ ਧੂੜੀ ਨਹਾਇਆ, ਜਿਨ੍ਹਾਂ ਨੇ ਇਹ ਸਤ ਸੰਗਤ ਦੀ ਧੂੜੀ ਵਿੱਚ ਇਸ਼ਨਾਨ ਕੀਤਾ। ਬਾਹਰ ਅਸੀਂ ਕਿਤੇ ਚਲੇ ਜਾਈਏ, ਕੋਈ ਗੱਡੀ ਮੋਟਰ ਕੋਲ ਦੀ ਤੇਜ਼ ਲੰਘ ਜਾਵੇ, ਮਿੱਟੀ ਉੱਡਦੀ ਹੈ, ਅਸੀਂ ਮੂੰਹ ਦੇ ਅੱਗੇ ਕੱਪੜਾ ਕਰ ਲੈਂਦੇ, ਮੂੰਹ ਬੰਨ੍ਹ ਲਈਦਾ, ਮੂੰਹ ਆਸੇ ਪਾਸੇ ਜਾਂ ਰਸਤਾ ਹੀ ਛੱਡ ਦਈਦਾ, ਮਿੱਟੀ ਬੜੀ ਪੈਂਦੀ ਪਈ ਹੈ। ਪਰ ਜਦੋਂ ਅਸੀਂ ਗੁਰੂ ਘਰੇ ਆ ਜਾਂਦੇ, ਇੱਥੇ ਜਿਹੜੀ ਧੂੜ ਹੈ ਉਹ ਲੋਕ ਫੜ ਫੜ ਕੇ ਆਮ ਮੱਥੇ ਦੇ ਨਾਲ ਲਾਉਂਦੇ। ਇਸ ਧੂੜ ਦੇ ਵਿੱਚ ਬਖਸ਼ਿਸ਼ ਹੈ, ਕਿਉਂਕਿ ਇਹ ਸੰਗਤ ਦੇ ਚਰਨਾਂ ਦੀ ਧੂੜ ਹੈ। ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਜਿਹੜੇ ਸਤ ਸੰਗਤ ਵਿੱਚ ਆ ਕੇ ਚਰਨਾਂ ਧੂੜ ਵਿੱਚ ਇਸ਼ਨਾਨ ਕਰਨਗੇ, ਜੋ ਨਹਾਵੈ ਸੋ ਕੁਲ ਤਰਾਵੈ। ਇਹ ਸੰਗਤ ਦੀ ਧੂੜ ਇਹੋ ਜਿਹੀ ਕੁਲਾਂ ਤਾਰ ਦਿੰਦੀ ਹੈ, ਕੁਲਾਂ ਤੋਂ ਭਾਵ ਪੀੜ੍ਹੀਆਂ ਤਰ ਜਾਂਦੀਆਂ। ਉਧਾਰ ਹੁਆ ਹੈ ਜੀ ਕਾ, ਇਸ ਜੀਵ ਦਾ ਉਧਾਰ ਹੋ ਜਾਂਦਾ ਹੈ, ਆਤਮਾ ਦਾ ਉਧਾਰ ਹੋ ਜਾਂਦਾ ਹੈ, ਪਰਮਾਤਮਾ ਦਾ ਮੇਲ ਹੋ ਜਾਂਦਾ ਹੈ। ਰਹਾਉ ਜੈ ਜੈਕਾਰ ਜਗ ਗਾਵੈ। ਜਗ ਸੰਸਾਰ ਦੇ ਵਿੱਚ ਸੰਗਤ ਦੀ ਜੈ ਜੈਕਾਰ ਕਰੇਗਾ, ਸੰਗਤ ਵਿੱਚ ਆ ਕੇ ਪ੍ਰਮਾਤਮਾ ਦੀ ਜੈ ਜੈਕਾਰ ਕਰੇਗਾ। ਜੈ ਜੈਕਾਰ ਤੋਂ ਭਾਵ ਹੁੰਦਾ ਵਡਿਆਈ ਕਰਨੀ। ਗੁਰਮੁਖੋ ਕਹਿਣ ਲੱਗੇ ਸੰਗਤ ਵਿੱਚ ਆ ਕੇ ਜਿਹੜੇ ਗੁਰਮੁਖ ਵਡਿਆਈ ਕਰਨਗੇ, ਇੱਥੇ ਆ ਕੇ ਜੈ ਜੈਕਾਰ ਕਰਨਗੇ ਸੰਗਤ ਵਿੱਚ ਬੈਠ ਕੇ। ਜੈ ਜੈਕਾਰ ਕਿਹਦੀ ਕਰਨੀ ਹੈ? ਪਰਮਾਤਮਾ ਦੀ। ਸੰਗਤ ਵਿੱਚ ਆ ਕੇ ਕਿਸੇ ਬੰਦੇ ਦੀ ਜੈ ਜੈਕਾਰ ਨਹੀਂ ਕਰਨੀ ਹੈ, ਇੱਥੇ ਜੈ ਜੈਕਾਰ ਪਰਮਾਤਮਾ ਦੀ ਜਿਹਨੇ ਕੀਤੀ ਹੈ। ਮਨ ਚਿੰਦੜੇ ਫਲ ਪਾਵੈ, ਮਨ ਇੱਛਤ ਫਲ ਜਿਹੜੇ ਨੇ ਉਹ ਪ੍ਰਾਪਤ ਹੋ ਜਾਂਦੇ। ਕੋਈ ਸਾਡੇ ਮਨ ਵਿੱਚ ਫੁਰਨਾ ਹੈ ਨਾ ਕਿ ਮੈਨੂੰ ਆਹ ਵਸਤੂ ਮਿਲ ਜਾਵੇ, ਅਸੀਂ ਉਹ ਵਸਤੂ ਲੈਣ ਵਾਸਤੇ ਬੜੀਆਂ ਥਾਵਾਂ ਤੇ ਦੌੜਦੇ ਹਾਂ, ਭੱਜਦੇ ਹਾਂ, ਪਰ ਸਾਨੂੰ ਮਿਲੀ ਨਹੀਂ, ਕਿਉਂਕਿ ਉੱਥੇ ਕੁਝ ਨਹੀਂ ਹੈ, ਕੇਵਲ ਇੱਕ ਪਖੰਡ ਹੈ। ਅਸੀਂ ਪਖੰਡ ਨੂੰ ਛੇਤੀ ਮੰਨ ਲੈਂਦੇ, ਅਸਲੀਅਤ ਸਾਡੇ ਸਾਹਮਣੇ ਸਾਨੂੰ ਪਤਾ ਹੀ ਨਹੀਂ ਹੈ। ਸੋ ਪਖੰਡੀਆਂ ਕੋਲ ਜਾ ਕੇ ਆਪਣਾ ਟਾਈਮ ਵੀ ਖਰਾਬ ਕਰ ਲੈਣਾ, ਆਪਣੀ ਮਾਇਆ ਵੀ ਖਰਾਬ ਕਰ ਲੈਣੀ। ਪਰ ਮਹਾਰਾਜ ਕਹਿਣ ਲੱਗੇ ਜੇ ਸੰਗਤ ਵਿੱਚ ਚੱਲ ਕੇ ਆਵੇਂਗਾ ਗੁਰਮੁਖਾ, ਮਨ ਚਿੰਦਿਆੜੇ ਫਲ ਪਾਵੇ। ਇੱਥੇ ਮਨ ਇੱਛਤ ਫਲ ਪ੍ਰਾਪਤ ਹੋਣਗੇ। ਤੇਰੀ ਮਨ ਦੀ ਇੱਛਾ ਨਾ ਕਿ ਮੈਨੂੰ ਇਹ ਵਸਤੂ ਮਿਲ ਜਾਵੇ, ਗੁਰੂ ਸੰਗਤ ਵਿੱਚ ਆ ਕੇ ਅਰਦਾਸ ਕਰੇਗਾ, ਉਹ ਮਨ ਇੱਛਤ ਫਲ ਜਿਹੜੇ ਨੇ ਉਹ ਗੁਰੂ ਕੋਲੋਂ ਪ੍ਰਾਪਤ ਹੋ ਜਾਂਦੇ ਹਨ। ਸਹੀ ਸਲਾਮਤ ਨਾਏ ਆਏ। ਗੁਰੂ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਨੇ ਸਤ ਸੰਗਤ ਸਰੋਵਰ ਵਿੱਚ ਆ ਕੇ ਇਸ਼ਨਾਨ ਕੀਤਾ, ਸਹੀ ਤੋਂ ਭਾਵ ਜਿਨ੍ਹਾਂ ਨੇ ਨਿਸ਼ਚੇ ਦੇ ਨਾਲ ਕੀਤਾ, ਕਿਉਂਕਿ ਨਿਸ਼ਚਾ ਭਰੋਸਾ ਵੀ ਤੇ ਹੋਣਾ ਚਾਹੀਦਾ ਨਾ। ਸੰਗਤ ਵਿੱਚ ਆ ਕੇ ਬੈਠ ਕੇ ਭਰੋਸਾ ਹੀ ਨਾ ਬੱਝਾ, ਮਨ ਵਿੱਚ ਭਰੋਸਾ ਆਇਆ ਹੀ ਨਾ, ਵਿਸ਼ਵਾਸ ਹੀ ਨਾ ਆਇਆ, ਤੇ ਸੰਗਤ ਵਿੱਚ ਆਉਣ ਦਾ ਲਾਭ ਕੀ ਹੋਇਆ?
ਕਈ ਵਾਰੀ ਅਸੀਂ ਸੰਗਤ ਵਿੱਚ ਬੈਠੇ ਹੋਏ ਸਾਡਾ ਮਨ ਘਰ ਦੇ ਕੰਮਾਂ ਵਿੱਚ ਦੌੜਿਆ ਫਿਰਦਾ, ਮੈਂ ਤੇ ਇੱਥੇ ਆ ਗਿਆ, ਕਿਤੇ ਮਗਰੋਂ ਕੰਮ ਹੀ ਨਾ ਵਿਗੜ ਜਾਵੇ। ਤੂੰ ਸੰਗਤ ਵਿੱਚ ਆਇਆ ਪਰ ਤੈਨੂੰ ਭਰੋਸਾ ਹੀ ਨਹੀਂ ਬੱਝਾ ਸੰਗਤ ਵਿੱਚ ਆ ਕੇ, ਹਾਲੇ ਵੀ ਤੇਰਾ ਧਿਆਨ ਉਹ ਕੰਮ ਵਿੱਚ ਹੀ ਆ ਵੀ ਮੇਰੇ ਬਿਨਾਂ ਵਿਗੜ ਨਾ ਜਾਵੇ। ਤੇ ਗੁਰਮੁਖਾ ਜਦੋਂ ਦੁਨੀਆ ਤੋਂ ਚਲਾ ਗਿਆ, ਕੰਮ ਤੇ ਬਾਅਦ ਵਿੱਚ ਵੀ ਹੋਈ ਜਾਣੇ, ਤੇਰੇ ਤੇ ਤੇਰੇ ਪਰਿਵਾਰ ਦੇ ਕੰਮ ਮਗਰੋਂ ਵੀ ਹੋਣੇ ਨੇ, ਪਰ ਤੇਰੇ ਮਨ ਵਿੱਚ ਇਹ ਵਿਚਾਰ ਹੈ ਕਿ ਸ਼ਾਇਦ ਮੇਰੇ ਬਿਨਾਂ ਨਹੀਂ ਹੋ ਸਕਦਾ, ਕੁਝ ਮੈਂ ਹੀ ਕਰਨ ਵਾਲਾ। ਜੇ ਤੂੰ ਹੀ ਕਰਨ ਵਾਲਾ ਤੇ ਤੇਰਾ ਸੰਸਕਾਰ ਤੇਰੇ ਤੋਂ ਬਿਨਾ ਤੂੰ ਉੱਥੇ ਨਹੀਂ, ਤੇਰੀ ਆਤਮਾ ਨਿਕਲ ਗਈ ਹੈ ਪਰ ਤੇਰਾ ਸੰਸਕਾਰ ਤੇ ਮਗਰੋਂ ਵੀ ਹੁੰਦਾ ਪਿਆ। ਰੱਬ ਨੇ ਤੈਨੂੰ ਇਹ ਦੱਸਿਆ ਹੈ ਵੀ ਤੇਰੇ ਬਾਅਦ ਵਿੱਚ ਵੀ ਸਭ ਕੁਝ ਹੋਣਾ, ਤੇਰੇ ਫੁੱਲ ਵੀ ਚੁਗੇ ਜਾਣੇ, ਭਾਵੇਂ ਤੂੰ ਨਹੀਂ ਪਰ ਤੇਰੇ ਜਿਹੜੇ ਪ੍ਰਮਾਤਮਾ ਨੇ ਸਹਾਇਕ ਬਣਾਏ ਉਹਨਾਂ ਨੇ ਸਾਰੀ ਕਿਰਿਆ ਕਰ ਦੇਣੀ। ਤੇਰੇ ਅੰਤ ਵਿੱਚ ਤੇਰੇ ਭੋਗ ਪਾਏ ਜਾਣਗੇ, ਦਾਨ ਪੁੰਨ ਕੀਤੇ ਜਾਣਗੇ, ਸਭ ਕੁਝ ਹੋਣਾ ਹੈ। ਤੂੰ ਮਨ ਵਿੱਚ ਇਹ ਸੋਚਦਾ ਵੀ ਸ਼ਾਇਦ ਕੰਮ ਮੈਂ ਹੀ ਕਰਦਾ, ਮੇਰੇ ਬਿਨਾਂ ਤੇ ਹੋ ਹੀ ਨਹੀਂ ਸਕਦੇ, ਪਰ ਤੇਰੇ ਮਰਨ ਤੋਂ ਮਗਰੋਂ ਜਿਹੜੀ ਤੇਰੀ ਅੰਤਮ ਕਿਰਿਆ ਹੋਣੀ ਹੈ ਉਹ ਵੀ ਤੇ ਹੋਣੀ ਹੈ, ਉਹ ਵੀ ਤੇ ਪ੍ਰਮਾਤਮਾ ਨੇ ਕਰਵਾ ਹੀ ਦੇਣੀ ਹੈ। ਉਹ ਸਭ ਕੁਝ ਸਮਰੱਥ ਹੈ ਕਰਨ ਕਰਾਉਣ ਦੇ। ਇਹ ਭਾਵਨਾ ਰੱਖ ਵੀ ਸੰਗਤ ਵਿੱਚ ਆ ਗਿਆ, ਜਿੰਨਾ ਸਮਾਂ ਮੈਂ ਸੰਗਤ ਵਿੱਚ ਬੈਠਾ ਹਾਂ ਉਹਨਾਂ ਸਮਾਂ ਮੈਂ ਕੇਵਲ ਸੰਗਤ ਦਾ ਹੀ ਹਾਂ, ਗੁਰੂ ਦਾ ਹੀ ਹਾਂ। ਉਹਨਾਂ ਸਮਾਂ ਆਪਣੇ ਮਨ ਨੂੰ ਡੁਲਾ ਨਾ ਕਿਸੇ ਬੰਨੇ, ਤੇਰਾ ਮਨ ਦੌੜੇ ਨਾ, ਉਹਨਾਂ ਚਿਰ ਮਨ ਕਰਕੇ ਸੰਗਤ ਵਿੱਚ ਬੈਠਾ ਰਹੋ ਤਾਂ ਤੈਨੂੰ ਲਾਭ ਦੀ ਪ੍ਰਾਪਤੀ ਹੋਣੀ ਹੈ। ਪਾਤਸ਼ਾਹ ਕਹਿਣ ਲੱਗੇ, ਭਾਈ ਸਹੀ ਤੋਂ ਭਾਵ ਜਿਨ੍ਹਾਂ ਨੇ ਨਿਸ਼ਚਾ ਕੀਤਾ ਸੰਗਤ ਵਿੱਚ ਆ ਕੇ ਭਰੋਸਾ ਰੱਖਿਆ, ਜਿਹੜੇ ਭਰੋਸਾ ਰੱਖ ਕੇ ਇਸ਼ਨਾਨ ਕਰਦੇ ਸਤ ਸੰਗਤ ਦਾ, ਤੇ ਪਾਤਸ਼ਾਹ ਕਹਿਣ ਲੱਗੇ ਸਲਾਮਤ ਤੋਂ ਭਾਵ ਉਹਨਾਂ ਨੂੰ ਸਥਿਤੀ ਮਿਲ ਜਾਂਦੀ, ਟਿਕਾ ਮਿਲ ਜਾਂਦਾ। ਜਿਵੇਂ ਸਾਡਾ ਮਨ ਭਜਦਾ ਰਹਿੰਦਾ ਨਾ, ਹਰ ਵੇਲੇ ਗੇੜਾ ਖਾਂਦਾ, ਜਿਨ੍ਹਾਂ ਨੇ ਸੰਗਤ ਵਿੱਚ ਆ ਕੇ ਭਰੋਸਾ ਰੱਖਿਆ, ਪਾਤਸ਼ਾਹ ਕਹਿੰਦੇ ਉਹਨਾਂ ਦਾ ਮਨ ਭਾਈ ਟਿਕਾਣੇ ਵਿੱਚ ਟਿਕਾ ਵਿੱਚ ਆ ਜਾਂਦਾ ਹੈ, ਐਸੀ ਉਹਨਾਂ ਨੂੰ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਆਪਣਾ ਪ੍ਰਭੂ ਧਿਆਏ, ਸੰਗਤ ਵਿੱਚ ਆ ਕੇ ਭਾਈ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਧਿਆਇਆ ਕਰ, ਗੁਰਮੁਖਾ ਨਾਮ ਜਪਿਆ ਕਰ, ਤੇਰਾ ਭਲਾ ਹੋਵੇਗਾ, ਐਸੀ ਬਖਸ਼ਿਸ਼ ਪ੍ਰਾਪਤ ਕਰਿਆ ਕਰ। ਸੰਤ ਸਰੋਵਰ ਨਹਾਵਾ, ਭਾਈ ਜਿਹੜੇ ਸੰਤ ਨੇ, ਸੰਤ ਕਿਹਨੂੰ ਆਖਿਆ ਜਾਂਦਾ? ਬਹੁਤਾਤ ਦੁਨੀਆ ਲਿਬਾਸ ਨੂੰ ਹੀ ਸੰਤ ਸਮਝ ਬੈਠੀ ਹੈ, ਤੇ ਲਿਬਾਸ ਦਾ ਹੀ ਲੋਕਾਂ ਨੇ ਪਖੰਡ ਸ਼ੁਰੂ ਕਰ ਲਿਆ ਵੀ ਮੈਂ ਲਿਬਾਸ ਹੀ ਪਾ ਲਵਾਂ ਤੇ ਸੰਤ ਬਣ ਗਿਆ। ਲਿਬਾਸ ਪਾ ਕੇ, ਕੱਪੜਾ ਪਾ ਕੇ ਸੰਤ ਨਹੀਂ ਬਣਿਆ ਜਾਂਦਾ। ਲਿਬਾਸ ਤੇ ਇੱਕ ਨਿਸ਼ਾਨੀ ਹੈ। ਹੁਣ ਮੰਨ ਲਓ ਕੋਈ ਵਿਅਕਤੀ ਫੌਜ ਵਿੱਚ ਕੰਮ ਕਰਦਾ, ਫੌਜ ਦਾ ਕਰਮਚਾਰੀ ਹੈ, ਉਹ ਫੌਜ ਵਿੱਚ ਭਰਤੀ ਨਾ ਹੋਵੇ ਅਤੇ ਕੇਵਲ ਵਰਦੀ ਪਾ ਕੇ ਬਾਹਰੋਂ ਬਾਜ਼ਾਰ ਤੋਂ ਦੁਕਾਨ ਤੋਂ ਖਰੀਦ ਕੇ ਤੇ ਵਰਦੀ ਪਾ ਕੇ ਤੁਰਿਆ ਫਿਰਿਆ ਕੇ ਮੈਂ ਤੇ ਫੌਜੀ ਬਣ ਗਿਆ, ਨਹੀਂ ਬਣਿਆ ਜਾਣਾ। ਉਹਨੂੰ ਟ੍ਰੇਨਿੰਗ ਕਰਨੀ ਪੈਣੀ ਹੈ, ਉਹਨੂੰ ਸਾਰੇ ਟੈਸਟ ਵਗੈਰਾ ਪਾਸ ਕਰਨੇ ਪੈਣਗੇ, ਸਾਰਾ ਕੁਝ ਕਰਨਾ ਪਵੇਗਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ। ਫਿਰ ਉਸ ਨੂੰ ਪ੍ਰਮਾਨਿਆ ਜਾਏਗਾ, ਫਿਰ ਉਸ ਨੂੰ ਮਨਜ਼ੂਰੀ ਮਿਲੇਗੀ ਕਿ ਵਾਕਿਆ ਹੀ ਇਹ ਸਿਪਾਹੀ ਹੈ, ਵਾਕਿਆ ਹੀ ਇਹ ਫੌਜੀ ਹੈ। ਜੇ ਆਖੇ ਵੀ ਕੱਲੀ ਵਰਦੀ ਬਾਹਰੋਂ ਲੈ ਕੇ ਮੈਂ ਪਾ ਲਵਾਂ ਤੇ ਮੈਂ ਸਿਪਾਹੀ ਬਣ ਜਾਵਾਂਗਾ, ਫੌਜੀ ਬਣ ਜਾਵਾਂਗਾ, ਨਹੀਂ, ਵਰਦੀ ਨੇ ਨਹੀਂ ਕਰਨਾ। ਵਰਦੀ ਤੇ ਕੇਵਲ ਇੱਕ ਨਿਸ਼ਾਨੀ ਹੈ, ਪਰ ਅਸਲ ਵਿੱਚ ਤੇਰੀ ਹਕੀਕਤ ਵੀ ਕੁਝ ਹੋਣੀ ਚਾਹੀਦੀ ਹੈ ਨਾ, ਕੋਈ ਤੇਰਾ ਕਰਮ ਵੀ ਹੋਣਾ ਚਾਹੀਦਾ, ਕੋਈ ਮਸ਼ੱਕਤ ਕਰੇਗਾ ਤਾਂ ਮੰਜ਼ਿਲ ਤੇ ਪਹੁੰਚੇਗਾ। ਇਸੇ ਤਰ੍ਹਾਂ ਜਿਹੜਾ ਸਾਧੂਆਂ ਦਾ ਚੋਲਾ ਗੁਰਮੁਖੋ, ਇਹ ਇੱਕ ਪੁਸ਼ਾਕ ਹੈ, ਇੱਕ ਵਰਦੀ ਹੈ, ਤੇ ਵਰਦੀ ਤੇ ਕੋਈ ਵੀ ਦੁਕਾਨ ਤੋਂ ਖਰੀਦ ਕੇ ਪਾ ਲਵੇ। ਵਰਦੀ ਪਾਇਆ ਗੱਲਬਾਤ ਨਹੀਂ ਬਣਨੀ ਹੈ, ਉਹ ਵਰਦੀ ਦੇ ਪਹਿਲਾਂ ਯੋਗ ਵੀ ਬਣਨਾ ਪਵੇਗਾ, ਸੰਤ ਬਣਨਾ ਪਵੇਗਾ, ਕੇਵਲ ਲਿਬਾਸ ਦੇ ਨਾਲ ਗੱਲ ਨਹੀਂ ਬਣਨੀ। ਫੌਜੀ ਨੇ ਵਰਦੀ ਤੇ ਪਾਈ ਹੈ, ਪਰ ਫੌਜੀ ਬਣਨ ਵਾਸਤੇ ਸਾਰੀ ਪ੍ਰਕਿਰਿਆ ਵਿੱਚੋਂ ਗੁਜ਼ਰਨਾ ਪੈਣਾ। ਸਰੀਰ ਦੇ ਟੈਸਟ ਹੋਣਗੇ, ਦੌੜ ਭੱਜ ਦੇ ਟੈਸਟ ਹੋਣਗੇ, ਸਾਰਾ ਕੁਝ ਪੜ੍ਹਾਈ ਦੇ ਟੈਸਟ ਹੋਣਗੇ, ਸਭ ਕੁਝ ਜੋ ਵੀ ਪ੍ਰਕਿਰਿਆ ਹੁੰਦੀ ਹੈ ਉਹ ਸਾਰੀ ਵਿੱਚੋਂ ਲੰਘਣਾ ਪਵੇਗਾ, ਫਿਰ ਜਾ ਕੇ ਉਹਨੂੰ ਇਹ ਪ੍ਰਮਾਣਤਾ ਮਿਲੇਗੀ। ਕੇਵਲ ਕਪੜਾ ਪਾਉਣ ਨਾਲ ਫੌਜੀ ਨਹੀਂ ਬਣ ਸਕਦਾ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ, ਭਾਈ ਕੱਲਾ ਚੋਲਾ ਪਾ ਲਵੇ ਕੋਈ ਆ ਕੇ, ਆਖੇ ਮੈਂ ਤੇ ਸੰਤ ਬਣ ਗਿਆ, ਦੁਨੀਆ ਉਹਦਾ ਕਪੜਾ ਵੇਖ ਕੇ ਉਹਦੇ ਮਗਰ ਦੌੜ ਪੈਂਦੀ ਹੈ, ਬਾਅਦ ਵਿੱਚ ਪਤਾ ਲੱਗਦਾ ਵੀ ਇਹ ਤੇ ਪਖੰਡੀ ਹੈ, ਅਸਲੀ ਨਹੀਂ ਹੈ। ਉਹ ਪਖੰਡੀ ਨੇ ਬਾਕੀ ਸਾਰਿਆਂ ਦਾ ਵੀ ਨਾਮ ਬਦਨਾਮ ਕਰ ਦਿੱਤਾ। ਗੁਰਮੁਖੋਂ ਸੰਤ ਕਿਹਾ ਜਾਂਦਾ ਜਿਹਦਾ ਮਨ ਸ਼ਾਂਤ ਹੋ ਗਿਆ, ਜਿਹਦਾ ਮਨ ਇਹ ਨਹੀਂ ਦੌੜ ਭੱਜ ਕਰਦਾ ਵੀ ਮੈਨੂੰ ਆਹ ਮਿਲ ਜਾਵੇ, ਮੈਨੂੰ ਆਹ ਮਿਲ ਜਾਵੇ।
ਜਿਹੜਾ ਸ਼ਾਂਤ ਹੋ ਕੇ ਬੈਠਾ, ਮਿਲ ਗਿਆ ਤੇ ਵਾਹ ਭਲਾ, ਨਾ ਮਿਲ ਗਿਆ ਤੇ ਤਾਂ ਵੀ ਵਾਹ ਭਲਾ। ਕਹਿਣ ਲੱਗੇ ਭਾਈ ਇਹੋ ਜਿਹੇ ਜਿਹੜੇ ਸ਼ਾਂਤ ਚਿੱਤ ਸੰਤ ਨੇ ਉਹਨਾਂ ਦੀ ਸਤ ਸੰਗਤ ਰੂਪੀ ਸਰੋਵਰ ਵਿੱਚ ਆ ਕੇ ਜਿਹੜਾ ਇਸ਼ਨਾਨ ਕਰਦਾ ਹੈ ਸੋ ਜਨ ਪਰਮ ਗਤ ਪਾਵੈ। ਮਨੁੱਖ ਨੂੰ ਪਰਮ ਗਤ ਕੇਵਲ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਸੰਗਤ ਦਾ ਸਰੋਵਰ ਇਹੋ ਜਿਹਾ ਵੀ ਇੱਥੋਂ ਮੁਕਤੀ ਦੀ ਦਾਤ ਵੀ ਵਿਅਕਤੀ ਲੈ ਕੇ ਜਾਂਦੇ ਹਨ। ਮਰੇ ਨਾ ਆਵੇ ਜਾਈ। ਭਾਈ ਉਹ ਮਰ ਕੇ ਨਹੀਂ ਜਾਂਦਾ ਜਾਂ ਜਨਮ ਲੈ ਕੇ ਨਹੀਂ ਆਉਂਦਾ ਹੈ। ਹਰ ਹਰ ਨਾਮ ਧਿਆਈ। ਮਹਾਰਾਜ ਨੂੰ ਪੁੱਛਿਆ ਸਤਿਗੁਰੂ ਇਹ ਕਿਹਦੇ ਬਾਰੇ ਆਪ ਜੀ ਦੱਸਦੇ ਪਏ ਹੋ ਵੀ ਉਹਦਾ ਮਰਨਾ ਨਹੀਂ ਹੁੰਦਾ, ਉਹਦਾ ਜਨਮ ਨਹੀਂ ਹੁੰਦਾ? ਪਾਤਸ਼ਾਹ ਕਹਿਣ ਲੱਗੇ ਹਰ ਹਰ ਨਾਮ ਧਿਆਈ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਭਾਈ ਉਹ ਜਪਣ ਵਾਲਿਆਂ ਦਾ ਜਨਮ ਹੀ ਨਹੀਂ ਹੋਇਆ। ਜਨਮ ਨਹੀਂ ਹੋਇਆ ਤੇ ਫਿਰ ਮੌਤ ਵੀ ਨਹੀਂ ਹੋਵੇਗੀ। ਐਸੀ ਉਹਨਾਂ ਗੁਰਮੁਖਾਂ ਨੂੰ ਦਾਤ ਪ੍ਰਾਪਤ ਹੁੰਦੀ ਹੈ। ਇਹੋ ਬ੍ਰਹਮ ਵਿਚਾਰ ਸੋ ਜਾਣੈ। ਇਹ ਭਾਈ ਬ੍ਰਹਮ ਦੀ ਵਿਚਾਰ ਹੈ, ਬ੍ਰਹਮ ਦੀਆਂ ਗੱਲਾਂ। ਬ੍ਰਹਮ ਕਹੀਏ ਇਹ ਵੇਦਾਂ ਸ਼ਾਸਤਰਾਂ ਦਾ ਸਿਧਾਂਤ ਹੈ। ਜਿਵੇਂ ਅਸੀਂ ਫਸਲ ਬੀਜਦੇ, ਫਸਲ ਨੂੰ ਕੱਟਿਆ ਜਾਂਦਾ, ਗੰਨਾ ਬੀਜਿਆ, ਉਹਨੂੰ ਪਾਲਿਆ, ਵੱਡਾ ਕੀਤਾ, ਰਸ ਭਰ ਗਿਆ, ਰਸ ਨੂੰ ਕੋਲੂ ਵਿੱਚ ਪਾਇਆ, ਫਿਰ ਉਸ ਨੂੰ ਪੀੜਿਆ ਗਿਆ, ਫਿਰ ਉਹਦੇ ਵਿੱਚੋਂ ਜੂਸ ਨਿਕਲਿਆ, ਰਸ ਨਿਕਲਿਆ। ਪਰ ਰਸ ਕੱਢਣ ਵਾਸਤੇ ਕੀ ਕੀ ਕੀਤਾ? ਜ਼ਮੀਨ ਵਾਹੁਣੀ ਪਈ, ਇਹ ਤੋਂ ਲੈ ਕੇ ਜੱਡ ਸਾਰਾ ਕੁਝ ਹੀ ਕਰਨਾ ਪਿਆ। ਫਿਰ ਜਾ ਕੇ ਰਸ ਦਾ ਗਲਾਸ ਹੱਥ ਵਿੱਚ ਆਇਆ। ਕਹਿੰਦੇ ਭਾਈ ਇਸੇ ਤਰ੍ਹਾਂ ਕੋਈ ਬੰਦਾ ਵੇਦ ਪੜ੍ਹ ਲਵੇ, ਸ਼ਾਸਤਰ ਪੜ੍ਹ ਲਵੇ, ਸਿਮਰਤੀਆਂ ਪੜ੍ਹ ਲਵੇ, ਉਹਨਾਂ ਨੂੰ ਪੜ੍ਹ ਕੇ ਉਹਦੇ ਵਿੱਚੋਂ ਜਿਹੜਾ ਨਿਚੋੜ ਨਿਕਲਣਾ ਨਾ, ਰਸ ਨਿਕਲਣਾ, ਜਿਹਦੇ ਵਾਸਤੇ ਪੜ੍ਹਿਆ ਗਿਆ, ਉਹ ਰਸ ਤੇ ਨਿਚੋੜ ਇਹ ਹੈ ਕਿ ਉਹ ਜਿਹੜਾ ਬ੍ਰਹਮ ਪਰਮੇਸ਼ਰ ਹੈ ਉਹਨੂੰ ਤਾਂ ਜਾਣਿਆ ਜਾਂਦਾ ਹੈ ਜਾਂ ਜਿਹੜਾ ਵਿਅਕਤੀ ਉਸ ਨੂੰ ਜਾਣਦਾ ਹੈ। ਜਿਸ ਦਇਆਲ ਹੋਏ ਭਗਵਾਨ। ਜਿਹਦੇ ਤੇ ਪਰਮੇਸ਼ਰ ਦਿਆਲੂ ਹੋਵੇ ਉਹ ਭਾਈ ਵੇਦਾਂ ਦੇ ਸਿਧਾਂਤ ਨੂੰ ਸਮਝ ਸਕਦਾ ਹੈ। ਕਿਉਂਕਿ ਮਹਾਰਾਜ ਕਹਿਣ ਲੱਗੇ ਕਿ ਗਾਵੈ ਕੋ ਵਿਦਿਆ ਬਿਖਮ ਵਿਚਾਰ। ਇਹ ਵੇਦਾਂ ਦੀ ਵਿਦਿਆ ਬੜੀ ਔਖੀ ਹੈ, ਹਰੇਕ ਨਹੀਂ ਪੜ੍ਹ ਸਕਦਾ। ਪੜ੍ਹਨਾ ਤੇ ਦੂਰ ਦੀ ਗੱਲ ਹੈ, ਹਰੇਕ ਸੁਣ ਵੀ ਨਹੀਂ ਸਕਦਾ ਹੈ। ਪਰ ਜਿਹਦੇ ਤੇ ਗੁਰੂ ਕਿਰਪਾ ਕਰੇ, ਪਰਮੇਸ਼ਰ ਕਿਰਪਾ ਕਰੇ, ਉਹ ਔਖੀ ਵਿਦਿਆ ਵੀ ਪੜ੍ਹ ਲੈਂਦੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਵੇਦਾਂ ਦੀ ਜਿਹੜੀ ਵਿਚਾਰ ਹੈ ਇਹ ਵੀ ਉਹਨੂੰ ਪ੍ਰਾਪਤ ਹੁੰਦੀ ਹੈ ਜਿਹਦੇ ਤੇ ਪ੍ਰਮਾਤਮਾ ਕਿਰਪਾਲੂ ਹੋ ਜਾਵੇ। ਜਾਂ ਇਸ ਤਰ੍ਹਾਂ ਕਹਿ ਲਈਏ ਇਹੋ ਬ੍ਰਹਮ ਵਿਚਾਰ ਸੋ ਜਾਣੈ। ਬ੍ਰਹਮ ਜੋ ਅਕਾਲ ਪੁਰਖ ਹੈ ਉਹਦੀ ਪ੍ਰਾਪਤੀ ਦੀ ਵਿਚਾਰ ਭਾਈ ਉਹੀ ਜਾਣਦਾ ਹੈ ਜਿਹਦੇ ਤੇ ਪ੍ਰਮਾਤਮਾ ਆਪ ਦਿਆਲੂ ਹੁੰਦਾ ਹੈ। ਬਾਬਾ ਨਾਨਕ ਪ੍ਰਭ ਸਰਣ ਆਈ। ਅਰਜਨ ਦੇ ਪਾਤਸ਼ਾਹ ਆਖਣ ਲੱਗੇ ਬਾਬਾ ਨਾਨਕ ਹੈ ਭਾਈ ਜਿਹੜੇ ਪ੍ਰਮਾਤਮਾ ਗੁਰੂ ਦੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਏ ਹਨ। ਸਭ ਚਿੰਤਾ ਗਣਤ ਮਿਟਾਈ। ਉਹਨਾਂ ਦੀਆਂ ਚਿੰਤਾਵਾਂ ਖਤਮ ਹੋ ਗਈਆਂ। ਸਾਡੇ ਮਨ ਵਿੱਚ ਰਾਤ ਨੂੰ ਚਿੰਤਾ, ਦਿਨੇ ਚਿੰਤਾ, ਦੁਪਹਿਰੇ ਚਿੰਤਾ, ਜਾਂਦਿਆਂ ਚਿੰਤਾ, ਆਉਂਦਿਆਂ ਚਿੰਤਾ, ਹਰ ਵੇਲੇ ਫਿਕਰ। ਪਰ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਗਏ ਉਹਨਾਂ ਦੀਆਂ ਚਿੰਤਾ ਮਿਟ ਗਈਆਂ। ਗਣਤ ਤੋਂ ਭਾਵ ਗਿਣਤੀਆਂ, ਕਰਮਾਂ ਦੀਆਂ ਗਿਣਤੀਆਂ। ਅੱਜ ਮੈਂ ਇੰਨੇ ਪਾਪ ਕੀਤੇ, ਅੱਜ ਮੈਂ ਇੰਨੇ ਪੁੰਨ ਕੀਤੇ। ਵੈਸੇ ਤੇ ਪਾਪ ਕਰਮ ਨੂੰ ਕੋਈ ਨਹੀਂ ਗਿਣਦਾ, ਹਰੇਕ ਬੰਦਾ ਪੁੰਨ ਕਰਮ ਨੂੰ ਗਿਣਦਾ ਵੀ ਅੱਜ ਮੈਂ ਇੰਨੇ ਪੁੰਨ ਕੀਤੇ। ਮਹਾਰਾਜ ਕਹਿਣ ਲੱਗੇ ਇਹ ਗਣਤ ਜਿਹੜੀਆਂ ਗਿਣਤੀਆਂ ਨੇ ਨਾ ਪੁੰਨਾ ਕਰਮਾਂ ਦੀਆਂ, ਪਾਪ ਕਰਮਾਂ ਦੀਆਂ, ਇਹ ਵੀ ਸਾਰੀਆਂ ਮਿਟ ਜਾਂਦੀਆਂ, ਚਿੰਤਾ ਵੀ ਸਾਰੀਆਂ ਮੁੱਕ ਜਾਂਦੀਆਂ। ਜਿਹੜੇ ਇਸ ਸਤ ਸੰਗਤ ਸਰੋਵਰ ਵਿੱਚ ਆ ਕੇ ਇਸ਼ਨਾਨ ਕਰਦੇ, ਸੰਗਤ ਵਿੱਚ ਆ ਕੇ ਬੈਠਦੇ, ਐਸੀ ਬਖਸ਼ਿਸ਼ ਪ੍ਰਾਪਤ ਹੁੰਦੀ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਜੋ ਸਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਬਾਬਾ ਨਾਨਕ ਪ੍ਰਭ ਸਰਣ ਆਈ। ਸਭ ਚਿੰਤਾ ਗਣਤ ਮਿਟਾਈ। ਵਾਹਿਗੁਰੂ ਜੀ ਕਾ ਖਾਲਸਾ